ਪ੍ਰੀ ਟੀਵੀ ਕੁਰਾਲੀ ਦੇਖ ਰਹੇ ਸਮੂਹ ਸਰੋਤਿਆਂ ਦਾ ਮੈਂ ਇੰਦਰਜੀਤ ਸਿੰਘ ਆਪਣੇ YouTube ਚੈਨਲ 'ਤੇ ਆਪ ਸਭ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਸਾਹਿਬ ਚਨਾਲੋਂ, ਜਿੱਥੇ ਕਿ ਇੱਥੇ ਦੇ ਮੈਂਬਰਾਂ ਨੇ ਅਤੇ ਸੇਵਾਦਾਰਾਂ ਨੇ ਪਾਉਂਟਾ ਸਾਹਿਬ ਲਈ ਯਾਤਰਾ ਤਿਆਰ ਕੀਤੀ ਹੈ। ਸੋ ਸੰਗਤ ਕਾਫੀ ਜ਼ਿਆਦਾ ਹੋ ਗਈ ਹੈ। ਪਹਿਲਾਂ ਇਹਨਾਂ ਨੇ ਇੱਕ ਬੱਸ ਕੀਤੀ ਸੀ ਅਤੇ ਸੰਗਤ ਦਾ ਠਾਠਾ ਮਾਰਦਾ ਇਕੱਠ ਬਹੁਤ ਜ਼ਿਆਦਾ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਬੱਸ ਹੋਰ ਕਰਨੀ ਪਈ। ਆਓ ਇਹਨਾਂ ਦੀ ਸੰਗਤ ਬਾਰੇ ਜਾਣਕਾਰੀ ਆਪਾਂ ਲਈਏ ਅਤੇ ਇੱਥੋਂ ਦਾ ਰੂਟ ਕਿੱਥੇ ਕਿੱਥੇ ਸੰਗਤ ਨੇ ਜਾਣਾ ਹੈ ਉਹ ਆਪ ਜੀ ਨਾਲ ਸਾਂਝਾ ਕਰਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਆ ਜਿਹੜੀ ਸੰਗਤ ਵੀ ਲੈ ਕੇ ਚੱਲੇ ਆ, ਇਹਦਾ ਰੂਟ ਕਿੱਥੋਂ ਕਿੱਥੋਂ ਦਾ ਜੀ? ਇਹ ਰੂਟ ਹੈਗਾ ਇੱਕ ਇੱਥੋਂ ਪਜੋਖਲਾ ਸਾਹਿਬ, ਉਹ ਤੇ ਅੱਗੇ ਨਾਡਾ ਸਾਹਿਬ, ਜਿੰਨੇ ਵੀ ਗੁਰਦੁਆਰਾ ਸਾਹਿਬ ਉੱਥੇ ਹੋਣਗੇ ਸਾਰੇ ਦਰਸ਼ਨ ਕਰਕੇ ਆਉਂਗੇ। ਫਿਰ ਵਾਪਸੀ ਵਿੱਚ ਪਾਉਂਟਾ ਸਾਹਿਬ ਨੂੰ ਮੈਂ ਰਾਤ ਨੂੰ ਜਦੋਂ ਵੀ 10-11 ਵਜੇ ਵਾਪਸ ਘਰ ਆਪਣੇ। ਹਾਂਜੀ, ਇਹ ਸੰਗਤ ਇਸ ਟਾਈਮ ਕਿੰਨੀ ਕੁ ਹੋਊਗੀ ਸਾਡੇ ਹਿਸਾਬ 'ਤੇ ਜੀ? 70 ਕੁ ਬੰਦੇ ਹੈਗੇ ਆ ਜਾਣ ਵਾਲੇ ਉੱਥੇ। ਤਾਂ ਬਾਕੀ ਅਜੇ ਸੰਗਤ ਨੂੰ ਵਾਪਸ ਕੀਤਾ ਕਿਉਂਕਿ ਸਵਾਰੀਆਂ ਹੈ ਨਹੀਂ ਅੱਗੇ ਸੀਟਾਂ ਬੱਸਾਂ ਵਿੱਚ। ਅਗਲੀ ਵਾਰੀ ਜੋ ਵੀ ਸੰਗਤ ਦਾ ਹੋਊਗਾ ਫਿਰ ਜ਼ਿਆਦਾ ਗੱਡੀਆਂ ਕਰ ਲਵਾਂਗੇ ਤਾਂ ਸਾਰੀ ਸੰਗਤ ਨੂੰ ਨਾਲ ਲੈ ਕੇ ਜਾਊਂਗੇ। ਜਿੱਦਾਂ ਹੁਣ ਵਾਪਸ ਕਰਨੇ ਪਏ, ਜਵਾਬ ਦੇਣੇ ਪਏ, ਫਿਰ ਸਾਰਿਆਂ ਨੂੰ ਲੈ ਕੇ ਜਾਊਂਗੇ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। गुप्त ने सबने बताया फोन फड़ाओ उन्होंने ਅੱਗੇ ਰੋਕ ਲਿਓ, ਅੱਗੇ ਰੋਕ ਨਹੀਂ ਕਰਕੇ ਅੱਗੇ ਰੋਕ ਲਈ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ, ਤੇਰਾ ਨਾਮ ਸਤਿਗੁਰ ਸਤਿਨਾਮ। ਪੂਣੀਆਂ ਤੰਦ ਲੈਣ ਹੁਲਾਰੇ, ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ। ਸਾਡੇ ਗੁਰੂ ਗੋਬਿੰਦ ਸਿੰਘ ਨੇ ਲੱਖ ਪਾਪੀ ਤਾਰੇ, ਸਿੰਘ ਨੇ ਲੱਖ ਪਾਪੀ ਤਾਰੇ। ਗੁਰੂ ਗੋਬਿੰਦ ਸਿੰਘ ਨੇ ਲੱਖ ਪਾਪੀ ਤਾਰੇ। ਮੈਂ ਵੀ ਤਾਂ ਜਾਣਾ ਜੇ ਮੈਨੂੰ ਵੀ ਤਾਰੇ, ਮੈਂ ਵੀ ਤਾਂ ਜਾਣਾ ਜੇ ਮੈਨੂੰ ਵੀ ਤਾਰੇ। ਮੈਂ ਵੀ ਤਾਂ ਜਾਣਾ ਜੇ ਮੈਨੂੰ ਵੀ ਤਾਰੇ, ਮੈਂ ਵੀ ਤਾਂ ਜਾਣਾ ਜੇ ਮੈਨੂੰ ਵੀ ਤਾਰੇ। ਮੈਂ ਵੀ ਤਰ ਜਾਣਾ ਬਾਣੀ ਦੇ ਸਹਾਰੇ, ਤੈਂ ਵੀ ਤਰ ਜਾਣਾ ਬਾਣੀ ਦੇ ਸਹਾਰੇ। ਤੈਂ ਵੀ ਤਰ ਜਾਣਾ ਬਾਣੀ
ਤਾਰੇ ਤੈਂ ਵੀ ਤਰ ਜਾਣਾ ਬਾਣੀ ਦੇ ਸਾਰੇ ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ ਪੂਣੀਆਂ ਤੰਦ ਲੈਣ ਹੁਲਾਰੇ ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ आप ऐसे समर स्वामी सच में अच्छे साथ रहे सबको सच समाये रखे रहे भरपूर हे नाथ तो प्रसन्नताय जुग में जोर से चित्रावल का अंक संगार पाया तार न कुपिना गंगा बंदर किया कल में भेद कर्म हुआ ना खुदा ये ना पाया नीर वस्त्र कपड़े पहरे भगवान मंत्र पढ़ सत्य को गया चित्त में गया है दस बस मारे
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ, ਅੰਬਾਲਾ ਸ਼ਹਿਰ। ਆਓ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਬਾਬਾ ਜੀ ਤੋਂ ਜਾਣਕਾਰੀ ਦਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਆਪਣਾ ਸ਼੍ਰੀ ਹਰਿਕ੍ਰਿਸ਼ਨ ਤਾਈਆ ਜਿੱਥੇ ਸਤਿਗੁਰੂ ਜਾਏ। ਇਹਦੇ ਇਤਿਹਾਸ ਬਾਰੇ ਥੋੜ੍ਹਾ ਸਾਨੂੰ ਸੰਗਤਾਂ ਨੂੰ ਜਾਣਕਾਰੀ ਦਿਓਗੇ? 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਦਿੱਲੀ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਸਤਿਗੁਰਾਂ ਨੇ ਇੱਥੇ ਪੜਾਅ ਕੀਤਾ। ਇੱਥੇ ਪੜਾਅ ਕਰਨ ਉਪਰੰਤ ਜੋ ਇਲਾਕੇ ਦੀਆਂ ਸੰਗਤਾਂ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਸ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਇਸ ਅਸਥਾਨ 'ਤੇ ਆਏ ਹਨ ਤੇ ਸੰਗਤਾਂ ਦੂਰੋਂ ਦੁਰਾਡੇ ਸਤਿਗੁਰਾਂ ਦੇ ਦਰਸ਼ਨ ਨੂੰ ਆਉਣ ਲੱਗੀਆਂ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਹੋਈ। ਸਤਿਗੁਰਾਂ ਨੇ ਇੱਥੇ ਨਿਸ਼ਾਨ ਸਾਹਿਬ ਲਗਾਇਆ, ਸਰੋਵਰ ਦੀ ਰਚਨਾ ਕੀਤੀ ਔਰ ਦੁਖੀਆਂ ਦਾ ਦੁੱਖ ਦੂਰ ਕਰਕੇ ਸਤਿਗੁਰਾਂ ਨੇ ਬਹੁਤ ਹੀ ਵਰਦਾਨ ਦਿੱਤੇ। ਸੋ ਪਾਤਸ਼ਾਹ ਜਦੋਂ ਦਿੱਲੀ ਨੂੰ ਜਾਣ ਲੱਗੇ ਸਨ ਤੇ ਸਤਿਗੁਰਾਂ ਨੇ ਇੱਥੇ ਬਚਨ ਕੀਤਾ ਕਿ ਜੋ ਵੀ ਸਰੀਰਕ ਕਰਕੇ ਰੋਗੀ ਹੈ, ਮਾਨਸਿਕ ਕਰਕੇ, ਤਨ ਦੇਹੀ ਕਰਕੇ, ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਤੇ ਇੱਥੇ ਆ ਕੇ ਅਰਦਾਸ ਬੇਨਤੀ ਕਰੇਗਾ ਤੇ ਉਹਦੇ ਸਰੀਰ ਦੇ ਸਾਰੇ ਕਸ਼ਟ ਰੋਗ ਦੂਰ ਹੋ ਜਾਣਗੇ। ਸੋ ਪਾਤਸ਼ਾਹ ਨੇ ਜਿੱਥੇ ਬਾਣੀ ਦਾ ਪ੍ਰਚਾਰ ਕੀਤਾ, ਉੱਥੇ ਸੰਗਤਾਂ ਨੂੰ ਇਹ ਵੀ ਪ੍ਰੇਰਿਆ ਕਿ ਸੁੰਦਰ ਬ੍ਰਿਕਸ਼ ਲਗਾਓ, ਫੁੱਲ ਔਰ ਬਾਗ ਬਗੀਚੇ ਲਗਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਅਸਥਾਨ 'ਤੇ ਸਤਿਗੁਰੂ ਜੀ ਜਦੋਂ ਆਏ ਤੇ ਇੱਥੇ ਇੱਕ ਪੰਡਿਤ ਲਾਲ ਚੰਦ ਸੀ, ਜਿਸ ਨੂੰ ਬਹੁਤ ਹੀ ਹੰਕਾਰ ਸੀ ਆਪਣੀ ਵਿੱਦਿਆ ਦਾ। ਉਹ ਇੱਥੇ ਜਦੋਂ ਉਸ ਨੂੰ ਪਤਾ ਲੱਗਾ ਕਿ ਪਾਤਸ਼ਾਹ ਆਏ ਹਨ ਤੇ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦੋਂ ਆ ਕੇ ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ ਤੇ ਬੜਾ ਨਿਹਾਲ ਹੋਇਆ ਕਿ ਐਸਾ ਨੂਰ ਉਸ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਤੱਕਿਆ ਸੀ। ਸੋ ਉਹਦਾ ਪਹਿਲਾ ਤੇ ਮਾਣ ਜਿਹੜਾ ਇੱਥੇ ਹੀ ਟੁੱਟ ਗਿਆ, ਕਿਉਂਕਿ ਪਾਤਸ਼ਾਹ ਆਪ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਅਕਾਲ ਪੁਰਖ ਸਨ। ਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿਣ ਲੱਗਾ, ਪਾਤਸ਼ਾਹ ਮੇਰੇ ਮਨ ਦਾ ਇੱਕ ਸ਼ੰਕਾ ਹੈ, ਉਹ ਆਪ ਜੀ ਦੂਰ ਕਰੋ। ਤੇ ਸਤਿਗੁਰੂ ਜੀ ਕਹਿਣ ਲੱਗੇ, ਪੰਡਤ ਜੀ ਆਇਆਂ, ਆਪ ਜੀ ਦੱਸੋ ਆਪ ਜੀ ਦੇ ਮਨ ਦੀ ਕੀ ਸ਼ੰਕਾ ਹੈ। ਕਹਿਣ ਲੱਗਾ, ਪਾਤਸ਼ਾਹ ਆਪ ਜੀ ਦੀ ਇੱਕ ਉਮਰ 5 ਸਾਲ ਹੈ, ਬੜੀ ਛੋਟੀ ਆਯੂ ਦੇ ਵਿੱਚ ਆਪ ਜੀ ਗੱਦੀ ਦੇ ਬਿਰਾਜਮਾਨ ਹੋ। ਫਿਰ ਆਪ ਜੀ ਆਪਣੇ ਆਪ ਨੂੰ ਕ੍ਰਿਸ਼ਨ ਵੀ ਅਖਵਾਉਂਦੇ ਹਨ ਤੇ ਆਪ ਜੀ ਗੁਰੂ ਵੀ ਅਖਵਾਉਂਦੇ ਹੋ। ਤੇ ਸਤਿਗੁਰਾਂ ਨੇ ਉਹਦੇ ਇਹ ਜਿਹੜਾ ਪ੍ਰਸ਼ਨ ਸੁਣ ਕੇ ਉਹਦਾ ਉੱਤਰ ਦੇਣਾ ਕੀਤਾ। ਸਤਿਗੁਰ ਕਹਿਣ ਲੱਗੇ, ਸਾਡੇ ਪਿਤਾ ਜੀ ਦਾ ਨਾਂ ਗੁਰੂ ਹਰਿਰਾਏ ਸਾਹਿਬ ਹੈ ਤੇ ਉਹਨਾਂ ਦੇ ਨਾਂ ਕਰਕੇ ਤੇ ਸਾਡੀ ਮਾਤਾ ਜੀ ਕ੍ਰਿਸ਼ਨ ਜੀ ਕਰਕੇ ਸਾਡਾ ਨਾਮ ਸੰਗਤਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਰੱਖਿਆ ਹੈ। ਸੋ ਇਹ ਨਾਮ ਸੰਗਤਾਂ ਬੜੇ ਪਿਆਰ ਦੇ ਨਾਲ ਲੈਂਦੀਆਂ ਹਨ ਤੇ ਅਸੀਂ ਸਤਿਗੁਰਾਂ ਦੇ ਦੱਸੇ ਮਾਰਗ 'ਤੇ ਚੱਲ ਰਹੇ ਹਾਂ, ਇਸ ਕਰਕੇ ਸਾਨੂੰ ਹਰਕ੍ਰਿਸ਼ਨ ਜੀ ਕਹਿੰਦੇ ਹਨ। ਤੇ ਪੰਡਤ ਨੇ ਕਿਹਾ, ਦੂਜਾ ਸਵਾਲ ਮੇਰਾ ਇਹ ਹੈ ਕਿ ਆਪ ਜੀ ਕ੍ਰਿਸ਼ਨ ਦਾ ਅਵਤਾਰ ਹੋ, ਆਪ ਜੀ ਦੁਆਪਰ ਦੇ ਵਿੱਚ ਵੀ ਸਨ, ਸਤਜੁਗ 'ਚ ਵੀ ਤੇ ਤ੍ਰੇਤੇ 'ਚ ਵੀ, ਹੁਣ ਕਿਰਪਾ ਕਰਕੇ ਇਹ ਗੀਤਾ ਦੇ ਸ਼ਲੋਕ ਕਰਕੇ ਦਿਖਾਓ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਲਾਲ ਚੰਦ ਜੀ, ਜੇ ਤੁਹਾਡੇ ਮਨ ਦਾ ਸ਼ੰਕਾ ਫਿਰ ਵੀ ਦੂਰ ਨਹੀਂ ਹੋਣਾ, ਜੇ ਅਸੀਂ ਇਸ ਗੀਤਾ ਦੇ ਸ਼ਲੋਕ ਦੇ ਅਰਥ ਕਰ ਦਿਆਂਗੇ, ਪਰ ਤੁਹਾਡੇ ਮਨ ਦਾ ਸ਼ੰਕਾ ਦੂਰ ਨਹੀਂ ਹੋਣਾ, ਤੁਸੀਂ ਇਸ ਇਲਾਕੇ ਦੇ ਵਿੱਚੋਂ ਕੋਈ ਐਸਾ ਵਿਅਕਤੀ ਪਕੜ ਕੇ ਲਿਆਓ ਜਿਸ ਨੂੰ ਨਾ ਸਨਾਤਨ ਧਰਮ ਬਾਰੇ ਪਤਾ ਹੋਵੇ ਔਰ ਨਾ ਹੀ ਸਿੱਖ ਧਰਮ ਬਾਰੇ। ਤੇ ਪੰਡਤ ਲਾਲ ਚੰਦ ਮਨ ਦੇ ਵਿੱਚ ਬੜਾ ਖੁਸ਼ ਹੋਇਆ ਕਿ ਕਿਉਂਕਿ ਉਹਦੇ ਮਨ ਦੀ ਜਿਹੜੀ ਮਨੋਕਾਮਨਾ ਸੀ, ਜਿਹੜੀ ਮਨ ਦੀ ਇੱਛਾ ਸੀ, ਉਹ ਪੂਰੀ ਹੁੰਦੀ ਨਜ਼ਰ ਆਈ ਕਿ ਇੱਥੇ ਮੈਂ ਸਤਿਗੁਰਾਂ ਨੂੰ ਝੂਠਾ ਕਰ ਦਿਆਂਗਾ। ਜਦੋਂ ਇਲਾਕੇ ਦੇ ਵਿੱਚ ਗਿਆ ਤੇ ਇੱਕ ਛੱਜੂ ਚੀਵਰ ਨਾਮ ਦਾ ਇੱਕ ਵਿਅਕਤੀ, ਜੋ ਨਾ ਕੰਨਾਂ ਤੋਂ ਸੁਣ ਸਕਦਾ ਸੀ, ਨਾ ਨੇਤਰਾਂ ਤੋਂ ਦੇਖ ਸਕਦਾ ਸੀ ਤੇ ਨਾ ਹੀ ਬੋਲ ਸਕਦਾ ਸੀ, ਉਹਦੇ ਮੂੰਹ ਦੇ ਵਿੱਚੋਂ ਰਾਲਾਂ ਵਗਦੀਆਂ ਸੀ। ਮੈਲੇ ਕਚੁਲੇ ਕੱਪੜੇ ਪਾ ਕੇ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਦਿਆ ਕਰਦਾ ਸੀ, ਨਹੀਂ ਤੇ ਕਿਸੇ ਟਿਕਾਣੇ ਬੈਠਾ ਰਹਿੰਦਾ ਸੀ। ਤੇ ਸਤਿਗੁਰਾਂ ਦੇ ਅੱਗੇ ਅਰਦਾਸ ਕੀਤੀ ਉਸ ਛੱਜੂ ਚੀਵਰ ਨੇ ਕਿ ਮੇਰਾ ਪਾਰ ਉਤਾਰਾ ਕਰੋ। ਸਤਿਗੁਰੂ ਜੀ ਆਪ ਉਸ ਨੂੰ ਉਤਾਰਨ ਵਾਸਤੇ, ਆਪਣੇ ਘਰ ਦਾ ਸਿੱਖ ਬਣਾਉਣ ਵਾਸਤੇ ਸਤਿਗੁਰੂ ਜੀ ਇੱਥੇ ਆਏ। ਜਦੋਂ ਪੰਡਤ ਲਾਲ ਚੰਦ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਛੱਜੂ ਚੀਵਰ ਨੂੰ ਲੈ ਕੇ ਪਾਤਸ਼ਾਹ ਦੇ ਅੱਗੇ ਪੇਸ਼ ਕੀਤਾ ਜਾਏ, ਉਹ ਛੱਜੂ ਚੀਵਰ ਨੂੰ ਜਦੋਂ ਲੈ ਕੇ ਆਇਆ ਤੇ ਸਤਿਗੁਰਾਂ ਦੇ ਸਨਮੁਖ ਖੜਾ ਕਰ ਦਿੱਤਾ। ਸਤਿਗੁਰੂ ਜੀ ਬੜੇ ਮੁਸਕਰਾਏ। ਅੰਦਰ ਹੀ ਅੰਦਰ ਸਤਿਗੁਰਾਂ ਨੇ ਛੱਜੂ ਚੀਵਰ ਦੀ ਸਾਰੀ ਖੇਡ ਨੂੰ ਜਾਣ ਲਿਆ। ਪਾਤਸ਼ਾਹ ਕਹਿਣ ਲੱਗੇ, ਤੁਸੀਂ ਛੱਜੂ ਚੀਵਰ ਨੂੰ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਾਓ
ਭੋਜਨ ਛਕਾਓ, ਸੁੰਦਰ ਵਸਤਰ ਪਾ ਕੇ ਇਸ ਪੀੜ੍ਹੀ ਦੇ ਲਿਆ ਕੇ ਬਿਠਾਓ। ਜਿੱਥੇ ਹੁਣ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਸਨਮੁਖ ਸਤਿਗੁਰੂ ਜੀ ਤਖਤ 'ਤੇ ਬਿਰਾਜਮਾਨ ਸਨ। ਸੀਸ ਦੇ ਚੋਰ ਚੱਲ ਰਿਹਾ ਸੀ, ਤਿਆਰ ਪਰ ਤਿਆਰ ਫੌਜਾਂ ਆਸੇ ਆਂਢ ਦੁਆਰ ਖੜੀਆਂ ਸਨ, ਅਤੇ ਪੰਡਿਤ ਲਾਲ ਚੰਦ ਅਤੇ ਛੱਜੂ ਚੀਵਰ ਦੋਨੋਂ ਹੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਏ। ਅਤੇ ਸਤਿਗੁਰਾਂ ਨੇ ਆਖਿਆ, ਭਾਈ ਪੰਡਿਤ ਲਾਲ ਚੰਦ ਜੀ, ਤੁਸੀਂ ਹੁਣ ਸ਼ਲੋਕ ਉਚਾਰਨ ਕਰੋ। ਜਦੋਂ ਪੰਡਿਤ ਲਾਲ ਚੰਦ ਨੇ ਸ਼ਲੋਕ ਉਚਾਰਨ ਕੀਤਾ, 3 ਸ਼ਲੋਕਾਂ ਦੇ ਜਵਾਬ ਇਸ ਤਰ੍ਹਾਂ ਦੇ ਦਿੱਤਾ ਜਿਸ ਤਰ੍ਹਾਂ ਕਈ ਜਨਮਾਂ ਤੋਂ ਛੱਜੂ ਚੀਵਰ ਨੂੰ ਗਿਆਨ ਸੀ। ਅਤੇ ਜਦੋਂ ਚੌਥਾ ਸ਼ਲੋਕ ਬੋਲਣ ਲੱਗਾ ਅਤੇ ਛੱਜੂ ਚੀਵਰ ਨੇ ਉੱਥੇ ਹੀ ਟੋਕ ਦਿੱਤਾ, ਕਹਿੰਦਾ, ਪੰਡਤ ਜੀ ਤੁਸੀਂ ਸ਼ਲੋਕ ਹੀ ਗਲਤ ਪੜ੍ਹ ਰਹੇ ਹੋ ਅਤੇ ਮੈਂ ਅਰਥ ਕੀ ਕਰਾਂਗਾ। ਇਹ ਜਦੋਂ ਗੱਲ ਸੁਣੀ ਅਤੇ ਪੰਡਿਤ ਲਾਲ ਚੰਦ ਉੱਠ ਕੇ ਸਤਿਗੁਰਾਂ ਦੇ ਚਰਨਾਂ ਦੇ ਟਹਿ ਪਿਆ। ਧੰਨ ਗੁਰੂ ਨਾਨਕ ਅਤੇ ਧੰਨ ਗੁਰੂ ਨਾਨਕ ਦੇ ਸਿੱਖ, ਇਹ ਅਕਾਲ ਪੁਰਖ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਮੇਰੀ ਮੱਤ ਦੇ ਪੜਦਾ ਪਿਆ ਸੀ ਹੋਮਾਂ ਦਾ, ਆਪ ਜੀ ਦੀ ਕਿਰਪਾ ਦੁਆਰਾ ਉਹ ਪੜਦਾ ਚੱਕਿਆ ਗਿਆ ਹੈ। ਮੇਰੇ ਮਨ ਦੇ ਕਪਾਟ ਖੁੱਲ੍ਹ ਗਏ ਹਨ, ਮੈਨੂੰ ਬਖਸ਼ ਲਓ, ਮੈਨੂੰ ਆਪਣੇ ਘਰ ਦਾ ਸਿੱਖ ਬਣਾ ਲਵੋ। ਅਤੇ ਸਤਿਗੁਰਾਂ ਨੇ ਪੰਡਿਤ ਲਾਲ ਚੰਦ ਜੀ ਨੂੰ ਨਿਵਾਜਿਆ ਅਤੇ ਛੱਜੂ ਚੀਵਰ ਨੂੰ, ਦੋਨਾਂ ਨੂੰ ਹੁਕਮ ਦਿੱਤਾ, ਤੁਸੀਂ ਇਸ ਅਸਥਾਨ 'ਤੇ ਰਹਿ ਕੇ ਧੂਪ ਬੱਤੀ ਕਰਨੀ ਹੈ, ਨਿਸ਼ਾਨ ਸਾਹਿਬ ਸਰੋਵਰ ਦੀ ਸੇਵਾ ਸੰਭਾਲ ਕਰਨੀ ਹੈ, ਆਏ ਗਏ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਸੇਵਾ ਕਰਨੀ ਹੈ, ਅਤੇ ਤਨਦੇਹੀ ਦੇ ਨਾਲ ਮਨ ਕਰਕੇ ਉਹਨਾਂ ਦੀ ਅਰਦਾਸ ਕਰਕੇ ਉਹਨਾਂ ਦੇ ਸਾਰੇ ਦੁੱਖ ਤਕਲੀਫ ਦੂਰ ਕਰਨੇ ਹਨ। ਐਸੀ ਬਖਸ਼ਿਸ਼ ਲੈ ਕੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਥੇ ਅਰਦਾਸ ਦੀ ਬੜੀ ਮਹਾਨਤਾ ਹੈ। ਜਿਹੜੇ ਮਾਨਸਿਕ ਤੌਰ ਤੋਂ, ਸਰੀਰਕ ਤੌਰ ਤੋਂ, ਸਰੀਰ ਤੋਂ ਕੋੜ ਜਾਂ ਰੋਗ, ਕਈ ਪ੍ਰਕਾਰ ਦੇ ਭਿਆਨਕ ਕੈਂਸਰ ਵਰਗੇ ਉਹ ਵੀ ਰੋਗ ਇੱਥੇ ਠੀਕ ਹੋਏ ਹਨ। ਅਤੇ ਸਤਿਗੁਰਾਂ ਦੀ ਬਖਸ਼ਿਸ਼ ਦਾ ਲੈ ਕੇ ਸੰਗਤਾਂ ਆਉਂਦੀਆਂ ਹਨ, ਸਰੋਵਰ 'ਚ ਇਸ਼ਨਾਨ ਕਰਕੇ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗਾ ਕਰਾਉਂਦੀਆਂ ਹਨ, ਅਤੇ ਉਹ ਮਨ ਚਾਹੀਆਂ ਮੁਰਾਦਾਂ ਪਾ ਕੇ ਸਤਿਗੁਰਾਂ ਦੀ ਖੁਸ਼ੀਆਂ ਲੈਂਦੇ ਹਨ। ਸੋ ਇਤਨਾ ਇਤਿਹਾਸ ਹੈ ਇਹ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨਾਂ ਦਾ। ਹੁਣ 5 ਤਰੀਕ ਤੱਕ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ, ਜੋ ਇੱਥੇ ਕੁਝ ਸਮੇਂ ਵਾਸਤੇ ਕਥਾ ਕਰ ਰਹੇ ਹਨ, ਆਪ ਸਰਬਤ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਵੋ। ਗੁਰੂ ਇਤਿਹਾਸ ਸਰਵਣ ਕਰਕੇ ਆਪਣੇ ਬੱਚਿਆਂ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸੋ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀ ਪੂਰਨੇ ਪਾਏ ਹਨ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨ ਹੈ, ਇਹ ਸਤਿਗੁਰਾਂ ਦੇ ਬਚਨ ਹਨ। ਧੰਨ ਦਸਮ ਪਿਤਾ ਪਾਤਸ਼ਾਹ ਨੇ ਵੀ ਇਹ ਬਚਨ ਆਖਿਆ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸੋ ਇਤਨੀ ਸੇਵਾ ਪ੍ਰਵਾਨ ਕਰਨੀ। ਆਪਣਾ ਪ੍ਰੀਤ ਚੈਨਲ ਵਾਲੇ ਹੋਰ ਗੁਰਮੁਖ ਪਿਆਰੇ ਜਿਨ੍ਹਾਂ ਦਾ ਬੜਾ ਸਹਿਯੋਗ ਹੈ ਘਰ ਘਰ ਹੋਕਾ ਦੇਣ ਦਾ, ਸੋ ਸਤਿਗੁਰੂ ਜੀ ਕਿਰਪਾ ਕਰਨ। ਸਾਰੀ ਟੀਮ ਦਾ ਧੰਨਵਾਦ ਤਹਿ ਦਿਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਭੋਰਾ ਸਾਹਿਬ ਇਹਦਾ ਰਹਿ ਗਿਆ, ਇੱਕੋ ਹੀ ਚੀਜ਼ ਹੈ। ਠੀਕ ਹੈ।
ਪਾਵਨ ਭਗਤ ਵਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਪਤੇ ਪ੍ਰਵਾਨ ਕਰੋ ਮੁਬਾਰਕ ਰਸਨਾ ਤੋਂ ਬੜੇ नहीं करते ਲੋਕ ਮੱਥਾ ਟੇਕਣ ਆਏ ਹੋਏ ਹੋਰੇ ਦਰੀਆ ਦੁਰੀਆ ਲੈ ਕੇ ਮੱਥਾ ਟੇਕਣ ਆਏ ਹੋਏ ਸਤਿਗੁਰ ਆਇਆ ਸ਼ਰਨ ਤੁਹਾਰੀ ਮਿਲੈ ਸੁਖ ਨਾ ਪਰਛੋਵਾ ਚਿੰਤਾ ਨਾ ਹੋਇ ਹਮਾਰੀ ਮੇਰਾ ਸਭ ਦੁੱਖ ਗਵਾਏ ਜਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਦੁਆਰ ਸ਼ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਆਦ ਪੂਰਨ
ਮਦ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਵੇਖਣ ਸੁਣਨ ਸੁਣਾਵਣ ਮਨ ਮੈਂ ਦਿੜਿਆ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਇੱਕ ਨਿਰੰਜਨ ਗਾਈਐ ਸਭ ਅੰਤਰ ਸੋਏ ਕਰਨ ਕਾਰਨ ਸਮਰੱਥ ਪ੍ਰਭ ਖਿਨ ਮਹਿ ਥਾਪੁ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਬੁਝਾਏ ਸੋ ਬੁਝਸੇ ਨਿਰਮਲ ਜਨ ਸੋਈ ਖਿਨ ਮਹਿ ਥਾਪੁ ਥਾਪਦਾ ਤਿਸ ਬਿਨ ਨਹੀਂ ਕੋਈ ਰਵਿਆ ਸਭ ਲੋਈ ਜਿਸ ਬੁਝਾਏ ਸੋ ਬੁਝਸੇ ਨਿਰਮਲ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਦਾ ਇਤਿਹਾਸ ਆਪਾਂ ਬਾਬਾ ਜੀ ਪੁੱਛਦੇ ਹਾਂ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਕੀ ਹੈ। ਆਓ ਬਾਬਾ ਜੀ ਜਾਣਕਾਰੀ ਲਈਏ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਹਦੇ ਇਤਿਹਾਸ ਬਾਰੇ ਕੁਝ ਦੱਸੋਗੇ ਸੰਗਤਾਂ ਨੂੰ? ਵਾਹਿਗੁਰੂ ਜੀ, ਇਸ ਜਗ੍ਹਾ 'ਤੇ ਦੋ ਗੁਰੂ ਸਾਹਿਬ ਆਏ ਆ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਅਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਸ੍ਰੀ ਕਪਾਲ ਮੋਚਨ ਹੈ। ਇਸ ਜਗ੍ਹਾ ਤੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲਾਂ ਇਹ ਜਿਹੜਾ ਸੀਗਾ ਧਾਰਮਿਕ ਸਥਾਨ ਸੀਗਾ, ਜਿਸ ਜਗ੍ਹਾ 'ਤੇ ਸ਼ਿਵ ਜੀ ਮਹਾਰਾਜ ਆਏ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਏ, ਉਹ ਇਸ ਜਗ੍ਹਾ 'ਤੇ ਇਸ਼ਨਾਨ ਕਰਕੇ ਗਏ ਸੀਗੇ। ਅਤੇ ਉਹਨਾਂ ਤੋਂ ਬਾਅਦ ਜਿਹੜੀ ਸੰਗਤ ਸੀਗੀ ਇੱਥੇ ਇਸ਼ਨਾਨ ਕਰਨ ਵਾਸਤੇ ਆਉਂਦੀ ਸੀਗੀ। ਅਤੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਗ੍ਹਾ 'ਤੇ ਆਏ, ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਨੇ ਸੰਗਤ ਹੈ ਸਿਰਫ ਨਹਾਉਣ ਤਾਈਂ ਸੀਮਤ ਹੈ ਅਤੇ ਸੰਗਤ ਇੱਥੇ ਇਸ਼ਨਾਨ ਕਰਨ ਵਾਸਤੇ ਆਉਂਦੀ ਸੀਗੀ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੋਕਾਂ ਨੂੰ ਸਮਝਾਇਆ, ਸੰਗਤ ਨੂੰ ਸਮਝਾਇਆ ਕਿ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਉ ਲੱਥੀ ਨਹਾਤੀਆਂ ਦੋਏ ਪਾਚੜੀ ਸੋਹਰ ਬਾਹਰੋਂ ਧੋਤੀ ਤੋਮੜੀ ਅੰਦਰ ਵੀ ਨਿਕੋਰ ਸਾਧ ਪਲੇਣ ਨਹਾਤੀਆਂ ਚੋਰ ਸੇ ਚੋਰਾਂ ਚੋਰ। ਇਹ ਸ਼ਬਦ ਉਚਾਰਨ ਕਰਕੇ ਲੋਕਾਂ ਦੇ ਮਨ ਦੇ ਵਿੱਚ ਭੁਲੇਖਾ ਕੱਢਿਆ। ਉਹਨਾਂ ਨੇ ਦੱਸਿਆ ਕਿ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਚੋਰ ਹੈ, ਜਿਨ੍ਹਾਂ ਦੀ ਸੋਚਣੀ ਮਾੜੀ ਹੈ, ਦੱਸੋ ਉਹਨਾਂ ਇਨਸਾਨਾਂ ਦਾ ਇਸ਼ਨਾਨ ਕਰਨ ਦੇ ਨਾਲ ਕੀ ਭਲਾ ਹੋ ਸਕਦਾ ਹੈ। ਇਸ ਤਰੀਕੇ ਨਾਲ ਮਹਾਰਾਜ ਨੇ ਕਿਹਾ ਕਿ ਜਿਵੇਂ ਤੋਂਬੜੀ ਇੱਕ ਫਲ ਹੁੰਦਾ ਹੈ, ਜੇ ਤੁਸੀਂ ਉਸ ਨੂੰ 68 ਤੀਰਥ ਦਾ ਇਸ਼ਨਾਨ ਕਰਾ ਲਓ ਅਤੇ ਬਾਅਦ ਵਿੱਚ ਉਹਦਾ ਸਵਾਦ ਚੱਕ ਕੇ ਦੇਖੋ, ਉਹਦਾ ਜਿਹੜਾ ਸਵਾਦ ਅੰਦਰ ਤੋਂ ਕੌੜਾ ਹੀ ਨਿਕਲਦਾ ਹੈ, ਉਸ ਨੇ ਮਿੱਠਾ ਨਹੀਂ ਹੋ ਜਾਣਾ। ਅਤੇ ਮਹਾਰਾਜ ਨੇ ਕਿਹਾ ਕਿ ਸਾਧ ਪਲੇਣ ਨਹਾਤਿਆਂ ਚੋਰ ਸੇ ਚੋਰਾਂ ਚੋਰ, ਕੇ ਭਾਈ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਉਹਦੀ ਰਜ਼ਾ ਵਿੱਚ ਰਹਿੰਦੇ ਨੇ, ਬੰਦਗੀ ਕਰਦੇ ਨੇ ਅਤੇ ਸਮਾਜ ਦੇ ਵਿੱਚ ਭਲੇ ਕਰਮ ਕਰਦੇ ਨੇ, ਉਹਨਾਂ ਨੂੰ ਕਿਧਰੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਅਤੇ ਇਸ ਤਰੀਕੇ ਨਾਲ ਮਹਾਰਾਜ ਨੇ ਜਿਹੜਾ ਸੀਗਾ ਉਹ ਭਰਮ ਲੋਕਾਂ ਦੇ ਵਿੱਚ ਮਨ ਦੇ ਵਿੱਚ ਕੱਢਿਆ ਅਤੇ ਲੋਕਾਂ ਨੂੰ ਨਾਮ ਸਿਮਰਨ ਦੇ ਨਾਲ ਜੋੜਿਆ। ਮਹਾਰਾਜ ਨੇ ਸਮਝਾਇਆ ਕਿ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਕਿ ਸਭ ਤੋਂ ਵੱਡਾ ਜਿਹੜਾ ਤੀਰਥ ਹੈ ਉਹ ਹੈ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦੀ ਬੰਦਗੀ। ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ 'ਤੇ ਆਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੰਗਾਣੀ ਸਾਹਿਬ ਦੀ ਲੜਾਈ ਜਿੱਤ ਕਰਕੇ ਇਸ ਜਗ੍ਹਾ 'ਤੇ ਆਏ ਅਤੇ ਇਸ ਜਗ੍ਹਾ 'ਤੇ ਆ ਕੇ ਜਿਹੜੇ ਨਾਲ ਸਿੰਘ ਸੂਰਮੇ ਸੀਗੇ, ਜਿਨ੍ਹਾਂ ਨੇ ਉੱਥੇ ਲੜਾਈ ਦੇ ਵਿੱਚ ਹਿੱਸਾ ਪਾਇਆ, ਉਹਨਾਂ ਨੂੰ ਸਿਰਪਾਓ ਭੇਟ ਕਰਕੇ ਉਹਨਾਂ ਦਾ ਮਾਨ ਸਨਮਾਨ ਕੀਤਾ, ਵਡਿਆਈ ਕੀਤੀ। ਅਤੇ ਇਸ ਜਗ੍ਹਾ 'ਤੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੀਗਾ ਉਹ ਆਪਣੇ ਹੱਥਾਂ ਦੇ ਨਾਲ ਮਨਾਇਆ ਅਤੇ ਸੰਗਤ ਨੂੰ ਉਪਦੇਸ਼ ਕੀਤਾ ਕਿ ਜਿਹੜੇ ਵੀ ਸ਼ਰਧਾ ਅਤੇ ਭਾਵਨਾ ਦੇ ਨਾਲ ਇਸ ਜਗ੍ਹਾ 'ਤੇ ਆਇਆ ਕਰਨਗੇ, ਅਰਦਾਸ ਬੇਨਤੀ ਕਰਿਆ ਕਰਨਗੇ ਜਾਂ ਕਰਾਇਆ ਕਰਨਗੇ, ਉਹਨਾਂ ਦੀ ਮਨੋਕਾਮਨਾ ਜਿਹੜੀ ਪੂਰੀ ਹੋਇਆ ਕਰੇਗੀ। ਇਹ ਮਹਾਰਾਜ ਵਚਨ ਕਰਕੇ ਇਸ ਜਗ੍ਹਾ ਤੋਂ ਅਨੰਦਪੁਰ ਸਾਹਿਬ ਨੂੰ ਗਏ ਸੀਗੇ
ਇੰਨਾ ਕੁ ਇੱਥੇ ਦਾ ਇਤਿਹਾਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਬਾਬਾ ਜੀ ਤੋਂ ਇਤਿਹਾਸ ਸੁਣਿਆ ਹੈ, ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
कौर भी आ गई मुरे। चलो जी। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਸਥਾਨ ਧੰਨ ਧੰਨ ਬੀਬੀ ਵੀਰੋ ਜੀ ਸਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਭੈਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਭੂਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਹੈ ਜੀ। ਬੀਬੀ ਵੀਰੋ ਜੀ ਨੂੰ ਬਹੁਤ ਵੱਡਾ ਜਿਹੜਾ ਮਾਣ ਪ੍ਰਾਪਤ ਆ। ਮਾਣ ਇਸ ਗੱਲ ਦਾ ਗੁਰੂ ਰਾਮਦਾਸ ਮਹਾਰਾਜ ਦੀ ਪੜਪੋਤੀ ਹੋਣ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪੋਤੀ ਹੋਣ ਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਪੁੱਤਰੀ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਬਾਬਾ ਟੱਲ ਰਾਏ, ਬਾਬਾ ਸੂਰਜਮਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪੰਜਾਂ ਭਰਾਵਾਂ ਦੀ ਇਕਲੌਤੀ ਭੈਣ ਹੋਣ ਦਾ, ਗੁਰੂ ਹਰਿਰਾਏ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਹੋਣ ਦਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਦਾਦੀ ਭੂਆ ਹੋਣ ਦਾ ਮਾਣ ਪ੍ਰਾਪਤ ਹੈ। ਉੱਥੇ ਹੀ ਬੀਬੀ ਵੀਰੋ ਜੀ ਦੀ ਕੁਰਬਾਨੀ ਵੀ ਵੱਡੀ ਹੈ। ਜਿੱਥੇ ਮਾਣ ਵੱਡਾ ਆ, ਉੱਥੇ ਕੁਰਬਾਨੀ ਵੀ ਸਿੱਖ ਪੰਥ 'ਚ ਬਹੁਤ ਜ਼ਿਆਦਾ ਵੱਡੀ ਉਹਨਾਂ ਦੀ। ਇੱਕ ਸਥਾਨ ਉਹਨਾਂ ਦਾ ਝਬਾਲ ਨਗਰ, ਜਿੱਥੇ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਜਿੱਥੇ ਕਿ ਉਹ ਜਦੋਂ ਉਹਨਾਂ ਦੇ ਆਨੰਦ ਕਾਰਜਾਂ ਦਾ ਟਾਈਮ ਸੀਗਾ ਤੇ ਉੱਥੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਕਿ ਜਿਹੜੇ ਬੱਚੇ ਦੇ ਆਨੰਦ ਕਾਰਜਾਂ 'ਚ ਕਿਸੇ ਤਰ੍ਹਾਂ ਦਾ ਵਿਘਨ ਪੈਂਦਾ ਹੈ ਜਾਂ ਸੰਜੋਗਾਂ 'ਚ ਕੋਈ ਰੁਕਾਵਟ ਆ, ਉਹ ਬੀਬੀ ਵੀਰੋ ਜੀ ਦੇ ਸਥਾਨ 'ਤੇ ਆ ਕੇ ਅਰਦਾਸ ਬੇਨਤੀ ਕਰੂਗਾ ਤੇ ਉਹਦੀਆਂ ਜਿਹੜੇ ਸੰਕਟ ਨੇ ਉਹ ਦੂਰ ਹੋਣਗੇ।
ਇਹ ਦੂਸਰਾ ਸਥਾਨ ਹੈ ਪੌਂਟਾ ਸਾਹਿਬ ਦੀ ਧਰਤੀ ਸੰਤ ਬਾਬਾ ਹਰਭਜਨ ਸਿੰਘ ਜੀ ਉਹਨਾਂ ਨੇ ਉਹਨਾਂ ਦੀ ਯਾਦ 'ਚ ਬਣਵਾਇਆ ਸੀਗਾ। ਇੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਬੀਬੀ ਵੀਰੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਂਟਾ ਸਾਹਿਬ ਦੀ ਧਰਤੀ 'ਤੇ ਆਏ 4.5 ਸਾਲ ਉਹਨਾਂ ਨੇ ਪੌਂਟਾ ਸਾਹਿਬ ਦੀ ਧਰਤੀ 'ਤੇ ਬਸੇਰਾ ਕੀਤਾ। ਉੱਥੇ ਹੀ ਨਾਲ ਹੀ ਇੱਥੇ ਭੰਗਾਣੀ ਦੇ ਜੰਗ ਦੇ ਵਿੱਚ ਬੀਬੀ ਵੀਰੋ ਜੀ ਦੇ 5 ਸਪੁੱਤਰਾਂ 'ਚੋਂ 2 ਵੱਡੇ ਸਪੁੱਤਰ ਬਹਾਦਰ ਸ਼ੰਗੋ ਸ਼ਾਹ ਜੀ, ਬਹਾਦਰ ਜੀਤ ਮਲ ਜੀ, ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। 3 ਸਪੁੱਤਰ ਉਹਨਾਂ ਦੇ ਚਮਕੌਰ ਦੀ ਗੜੀ 'ਚ ਸ਼ਹੀਦ। ਇਹ ਕੁਰਬਾਨੀ ਉਹਨਾਂ ਦੀ ਵੱਡੀ ਸੀਗੀ, 5 ਸਪੁੱਤਰ ਤੇ 5 ਸ਼ਹੀਦ। ਸੋ ਇਸ ਲਈ ਬੀਬੀ ਵੀਰੋ ਜੀ ਦਾ ਜਿਹੜਾ ਨਾਂ ਲਿਆਈ ਰਸਨਾ ਪਵਿੱਤਰ ਹੁੰਦੀ ਆ। ਇਹ ਅਸਥਾਨ ਸੰਤ ਬਾਬਾ ਹਰਭਜਨ ਸਿੰਘ ਜੀ ਉਹਨਾਂ ਦੀ ਯਾਦ 'ਚ ਬਣਾਇਆ। ਪਹਿਲਾ ਅਸਥਾਨ ਕਿਰਪਾਲ ਸ਼ਿਲਾ ਨੇੜੇ ਹੀ ਆਪ ਜੀ ਦਰਸ਼ਨ ਕਰਕੇ ਆਏ ਹੋ। ਉਹ ਸਥਾਨ ਉੱਥੇ ਪੂੜੀਆਂ ਛੋਲੇ ਦਹੀਂ ਭੱਲੇ ਵਗੈਰਾ ਤਲੀਆਂ ਹੋਈਆਂ ਭੋਜਨ ਜਿਹੜਾ ਨਾ 7-8 ਪ੍ਰਕਾਰ ਦਾ ਉੱਥੇ ਸੰਗਤਾਂ ਨੂੰ ਪਰੋਸਿਆ ਜਾਂਦਾ ਆ। ਉੱਥੇ ਨਾਲ ਹੀ ਸਕੂਲ ਕਾਲਜ ਵਗੈਰਾ ਉਹਨਾਂ ਨੇ ਕਾਫੀ ਕੁਝ ਬਣਾਇਆ ਸੀਗਾ। ਇੱਥੇ ਫਿਰ ਉਹਨਾਂ ਦੂਸਰਾ ਲੰਗਰ ਸ਼ੁਰੂ ਨਹੀਂ ਕੀਤਾ, ਨੇੜੇ ਸਥਾਨ ਹੋਣ ਕਰਕੇ ਇੱਥੇ ਇਹਨਾਂ ਨੇ ਜਲ ਜੀਰੇ ਦੀ ਛਬੀਲ ਸ਼ੁਰੂ ਕਰ ਦਿੱਤੀ ਸੀਗੀ ਕਿ ਜਿਹੜੀ ਸੰਗਤ ਉਹ ਤਲਿਆ ਹੋਇਆ ਭੋਜਨ ਛਕੇ ਅਤੇ ਕਈਆਂ ਦੇ ਮਤਲਬ ਪਚਾਉਣਾ ਔਖਾ ਹੋ ਜਾਂਦਾ ਆ, ਉਹ ਇਸ ਕਰਕੇ ਜਲ ਜੀਰਾ ਜਿਹੜਾ ਵੀ ਛਕੇਗਾ ਉਹ ਖਾਧਾ ਪੀਤਾ ਹਜਮ ਹੋ ਜਾਂਦਾ। ਸੋ ਇਸ ਲਈ ਉਹਨਾਂ ਵੱਲੋਂ 2 ਲੰਗਰ ਚਲਾਏ ਗਏ ਨੇ। ਇਹ ਸਥਾਨ ਉਹਨਾਂ ਦੇ ਘਰੋਂ ਮਾਤਾ ਬਲਵਿੰਦਰ ਕੌਰ ਜੀ ਜੋ ਇੱਥੋਂ ਦੇ ਮੁੱਖ ਸੇਵਾਦਾਰ ਨੇ, ਉਹ ਸਥਾਨ ਅੱਜ ਕੱਲ੍ਹ ਕਮੇਟੀ ਦੇ ਕੋਲੇ ਆ। ਸੋ ਸੰਗਤਾਂ ਤਿਲ ਫੁੱਲ ਬਖਸ਼ਿਸ਼ ਕਰਦੀਆਂ ਨੇ। ਇਹ ਸਥਾਨ 'ਤੇ ਜੋ ਵੀ ਜਲ ਜੀਰੇ ਦੀਆਂ ਰਸਤਾਂ ਤਕਰੀਬਨ ਤੁਹਾਨੂੰ ਪਤਾ ਆ ਕਿ ਜੋ ਮਸਾਲੇ ਜਾਂ ਨਿੱਤ ਜਿਹੜੀ ਤਾਜ਼ਾ ਜਿੱਦਾਂ ਪੁਦੀਨਾ ਹੋ ਗਿਆ, ਮਿਰਚਾਂ ਹੋ ਗਈਆਂ, ਜਿਹੜੀਆਂ ਨਿੱਤ ਬਾਜ਼ਾਰ ਦਾ ਜਿਹੜਾ ਸਮਾਨ ਉਹ ਲਿਆ ਕੇ ਪਾਉਣਾ ਪੈਂਦਾ ਆ। ਚੀਨੀ ਬੂਰਾ ਹੋ ਗਿਆ ਜਾਂ ਇਮਲੀ ਵਗੈਰਾ। ਸੋ ਇਸ ਲਈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਵਾ ਸੰਗਤਾਂ ਦੀ ਮਾਇਆ ਜੋ ਸੰਗਤਾਂ ਬਖਸ਼ਿਸ਼ ਕਰਦੀਆਂ ਨੇ ਉਹਨਾਂ ਦੇ ਨਾਲ ਚੱਲ ਰਿਹਾ। ਹੁਣ ਅੱਗੇ ਇੱਕ ਸੋਚ ਹੈ ਕਿ ਇੱਥੇ ਸੰਗਤਾਂ ਨੂੰ ਆ ਕੇ ਰਹਿਣ ਦੀ ਬੜੀ ਦਿੱਕਤ ਆ ਰਹੀ ਹੈ। ਸੋ ਥੋੜ੍ਹੇ ਜਿਹੇ ਕਮਰਿਆਂ ਦੀ ਸੇਵਾ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ। ਸੰਗਤਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਸੇਵਾ ਦਾ ਸਹਿਯੋਗ ਕਰੋ, ਸਤਿਗੁਰਾਂ ਦੀ ਖੁਸ਼ੀਆਂ ਦੇ ਪਾਤਰ ਬਣੋ, ਕਿਰਪਾ ਕਰੋ। ਮਿਹਰ ਭਰਿਆ ਹੱਥ ਰੱਖਣ ਸਾਹਿਬ ਦੀਆਂ ਯਾਤਰਾਵਾਂ ਸਫਲੀਆਂ ਹੋਣ। ਆਏ ਹੋਏ ਸੰਗਤ ਸਾਰਿਆਂ ਨੂੰ ਜੀ ਆਇਆਂ ਨੂੰ। ਸਾਰੇ ਹੀ ਲੰਗਰ ਜਿਹੜਾ ਜਲ ਜੀਰੇ ਦਾ ਜ਼ਰੂਰ ਛਕ ਕੇ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲਾ ਜਨਮ ਦਾ ਸਥਾਨ ਭੰਗਾਣੀ ਸਾਹਿਬ ਦੇ।
ਕਲਗੀਧਰ ਪਾਤਸ਼ਾਹ ਨੇ ਇਸ ਸਥਾਨ ਤੇ ਮਹਾਰਾਜ ਨੇ ਪੜਾਅ ਕੀਤਾ ਸੀ। ਦਿਨ ਵੇਲੇ ਜੰਗ ਹੁੰਦੀ ਸੀ, ਰਾਤ ਨੂੰ ਰਹਿਰਾਸ ਦਾ ਪਾਠ ਕਰਨ ਤੋਂ ਉਪਰੰਤ ਸਾਰੀ ਵਿਉਂਤਬੰਦੀ ਦੂਸਰੇ ਦਿਨ ਦੀ ਬਣਦੀ ਸੀ। ਇਹ ਜੰਗ ਦੋ ਰਾਜੇ, ਇਸ ਰਾਜ ਦਾ ਰਾਜਾ ਮੇਦਨੀ ਪ੍ਰਕਾਸ਼ ਸਿਰਮੌਰ, ਇਸ ਸਿਰਮੌਰ ਦੀ ਰਾਜਤ ਵੱਜਦੀ ਆ ਫਤਿਹ ਸ਼ਾਹ ਰਾਜਾ ਗੜਵਾਲ ਦਾ। ਇਹਨਾਂ ਦਾ ਆਪਸੀ ਝਗੜਾ ਰਹਿੰਦਾ ਸੀ, ਜਿਸ ਨੂੰ ਨਿਪਟਾਉਣ ਵਾਸਤੇ ਕਲਗੀਧਰ ਪਾਤਸ਼ਾਹ ਗੋਬਿੰਦ ਰਾਜ ਦੇ ਰੂਪ ਦੇ ਵਿੱਚ ਪੌਂਟਾ ਸਾਹਿਬ ਆਏ। ਇੱਥੇ ਚਰਨ ਪਾਏ ਮਹਾਰਾਜ ਨੇ, ਬਹੁਤ ਸਾਰਾ ਸਾਹਿਤ ਬਾਣੀ ਉਤਾਰੀ, ਜੋ ਵੀ ਇੱਕ ਅਵਤਾਰੀ ਪੁਰਸ਼ ਦੇ ਕੰਮ ਹੁੰਦੇ ਆ ਉਹ ਕੀਤੇ। ਬਹੁਤ ਸਾਰੀ ਸੰਗਤ ਇੱਥੇ ਆਉਣ ਲੱਗੀ। ਫਤਿਹ ਸ਼ਾਹ ਨੂੰ ਪਤਾ ਲੱਗਿਆ ਕਿ ਬਹੁਤ ਵੱਡੀ ਹਸਤੀ, ਅਕਾਲ ਪੁਰਖ ਦਾ ਰੂਪ ਪੌਂਟਾ ਸਾਹਿਬ ਆਇਆ ਹੋਇਆ, ਉਹ ਵੀ ਦਰਸ਼ਨ ਨੂੰ ਆਇਆ। ਮੇਦਨੀ ਪ੍ਰਕਾਸ਼ ਰਾਜਾ ਕੋਲ ਬੈਠਾ ਸੀ ਤੇ ਬਹੁਤ ਪ੍ਰਭਾਵਿਤ ਹੋਇਆ ਦਰਸ਼ਨ ਕਰਕੇ। ਤੇ ਮਹਾਰਾਜ ਜੀ ਕਿਰਪਾ ਕਰੋ, ਮੇਰੀ ਰਿਆਸਤ ਦੇ ਵਿੱਚ ਵੀ ਚਰਨ ਪਾਓ। ਮਹਾਰਾਜ ਨੇ ਪਹਿਲਾਂ ਤਾਂ ਦੋਹਾਂ ਰਾਜਿਆਂ ਦੀ ਸੁਲ੍ਹਾ ਕਰਾਈ। ਫਤਿਹ ਸ਼ਾਹ ਨੂੰ ਥੋੜੀ ਤਾੜਨਾ ਵੀ ਕੀਤੀ ਕਿ ਤੇਰਾ ਪਿਸ਼ਾਦ ਰਾਜ ਹੁੰਦੇ ਹੋਏ ਵੀ ਤੂੰ ਦੂਸਰਿਆਂ ਨਾਲ ਧੱਕਾ ਕਰਦਾ। ਫਤਿਹ ਸ਼ਾਹ ਰਾਜਾ ਕਹਿੰਦਾ ਕਿ ਮਹਾਰਾਜ, ਇਹਦਾ ਜੋ ਇਲਾਕਾ ਮੇਰੇ ਥੱਲੇ ਦੱਬਿਆ ਹੋਇਆ ਉਹ ਮੈਂ ਛੱਡ ਦਿੰਦਾ। ਇੱਥੇ ਨਦੀ ਪੈਂਦੀ ਹੈ ਜਮਨਾ 1 ਕਿਲੋਮੀਟਰ ਤੇ, ਉਦੋਂ ਅੱਗੇ ਉੱਤਰਾਖੰਡ ਦਾ ਏਰੀਆ, ਦੇਹਰਾਦੂਨ ਦਾ ਪਾਸਾ, ਅੱਗੇ ਰਿਸ਼ੀਕੇਸ਼ ਗੜਵਾਲ ਦਾ, ਤੇ ਨਦੀ ਤੋਂ ਉਰਲੇ ਪਾਸੇ ਸਿਰਮੌਰ ਦਾ ਏਰੀਆ ਜੋ ਮੇਦਨੀ ਪ੍ਰਕਾਸ਼ ਦਾ ਏਰੀਆ ਵੱਜਦਾ ਸੀ। ਆਪਣੀ ਲੜਕੀ ਦੇ ਵਿਆਹ ਤੇ ਮਹਾਰਾਜ ਨੂੰ ਸੱਦਿਆ ਕਿ ਮਹਾਰਾਜ ਮੇਰੀ ਨਗਰੀ ਵੀ ਪਵਿੱਤਰ ਕਰੋ। ਕਲਗੀਧਰ ਪਾਤਸ਼ਾਹ ਆਪਣੀ ਮੌਜ ਦੇ ਮਾਲਕ ਆਪ ਨਹੀਂ ਗਏ। 1.25 ਲੱਖ ਦਾ ਤੰਬੋਲ, ਪਹਾੜੀ ਬੋਲੀ ਦੇ ਵਿੱਚ ਤੰਬੋਲ ਕਹਿੰਦੇ, ਅਸੀਂ ਦਹੇਜ ਕਹਿੰਦੇ ਹਾਂ ਜਾਂ ਦਾਜ ਕਹਿੰਦੇ ਹਾਂ, ਸ਼ਗਨ ਕਹਿੰਦੇ ਹਾਂ। ਸਿੰਘਾਂ ਦੇ ਹੱਥ ਸ਼ਗਨ 1.25 ਲੱਖ ਦਾ ਦਹੇਜ ਸ਼ਗਨ ਵਜੋਂ ਭੇਜਿਆ। ਭੀਮ ਚੰਦ ਰਾਜਾ ਬਿਆਨ ਆਇਆ ਸੀ, ਜੋ ਬਿਲਾਸਪੁਰ ਦਾ ਰਾਜਾ ਕਹਾਉਂਦਾ ਸੀ। ਇਹ 22 ਧਾਰ ਦੇ 22 ਰਾਜਿਆਂ ਦਾ ਸ਼੍ਰੋਮਣੀ ਰਾਜਾ ਸੀ। ਅਨੰਦਪੁਰ ਸਾਹਿਬ ਰਹਿੰਦੇ ਹੋਏ ਇਹ ਮਹਾਰਾਜਾ ਨਾਲ ਬੜੀ ਈਰਖਾ ਕਰਦਾ ਸੀ। ਈਰਖਾ ਦੇ ਕਈ ਕਾਰਨ ਸੀ ਕਿ ਮਹਾਰਾਜ ਦੇ ਕੋਲ ਇੱਕ ਚੰਦੋਆ ਚੱਲਦਾ ਸੀਗਾ, ਜਿਹੜਾ 2.5 ਲੱਖ ਦੀ ਕੀਮਤ ਦਾ ਸੀਗਾ। ਉਹ ਹੀਰੇ ਜੜ ਸੀ। ਇਹ ਭੀਮ ਚੰਦ ਰਾਜਾ ਜਦੋਂ ਦਰਸ਼ਨ ਕਰਨ ਮਹਾਰਾਜ ਦੇ ਆਇਆ ਤਾਂ ਉਸ ਚੰਦੋਏ ਵੱਲ ਦੇਖਦਾ ਰਹਿ ਗਿਆ ਕਿ ਇੱਕ ਸਾਧੂ ਫਕੀਰ ਲੋਕ ਇਹਨਾਂ ਦੇ ਉੱਤੇ ਇੰਨਾ ਮਹਿੰਗਾ ਚੰਦੋਆ ਝੁਲਦਾ, ਇਹ ਮੇਰੇ ਉੱਤੇ ਝੁਲਣਾ ਚਾਹੀਦਾ। ਮੈਂ 22 ਰਾਜਿਆਂ ਦਾ ਵੱਡਾ ਰਾਜਾ। ਹੰਕਾਰ ਪੈਦਾ ਹੋ ਗਿਆ। ਹੁਣ ਇੱਕ ਰਾਜਾ ਰਤਨ ਰਾਏ ਜੋ 9ਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ ਸੀ। 9ਵੇਂ ਪਾਤਸ਼ਾਹ ਜਦੋਂ ਅਸਾਮ ਦੇਸ਼ ਦੇ ਵਿੱਚ ਗਏ ਆ ਸਿੱਖੀ ਦਾ ਪ੍ਰਚਾਰ ਕਰਨ, ਤੇ ਉਸ ਦੇਸ਼ ਦੇ ਵਿੱਚ ਇੱਕ ਰਾਜੇ ਦੇ ਕੋਈ ਔਲਾਦ ਨਹੀਂ ਸੀ। ਬੇਨਤੀ ਕੀਤੀ ਗਈ, ਮਹਾਰਾਜ ਨੇ ਆਪਣੀ ਇੱਕ ਮੁੰਦੀ ਦਾ ਨਿਸ਼ਾਨ ਉਹਦੇ ਲਾਇਆ ਤੇ ਤੇਰੇ ਬੱਚੇ ਦੇ ਮੱਥੇ 'ਚ ਹੋਏਗਾ ਇਹ ਨਿਸ਼ਾਨ। ਉਹ ਰਤਨ ਰਾਏ ਆਪਣੀ ਮਾਂ ਨੂੰ ਕਹਿਣ ਲੱਗਾ, ਮੇਰੇ ਮੱਥੇ 'ਚ ਨਿਸ਼ਾਨ ਹੈ। ਉਸਨੇ ਸਾਰੀ ਗੱਲ ਦੱਸੀ। ਉਹ ਕਹਿੰਦਾ ਮੈਂ ਦਰਸ਼ਨ ਕਰਨੇ ਆ। ਉਹ ਕਹਿੰਦੇ ਵੀ ਉਹ ਸ਼ਹੀਦ ਹੋ ਚੁੱਕੇ ਆ, ਉਹਨਾਂ ਦਾ ਪੁੱਤਰ ਹੈ ਗੋਬਿੰਦ ਰਾਏ ਅਨੰਦਪੁਰ ਸਾਹਿਬ। ਉਹ ਕਹਿੰਦਾ ਉਹਨਾਂ ਦੇ ਦਰਸ਼ਨ ਕਰਨੇ ਆ। ਉਹ ਬਹੁਤ ਕੀਮਤੀ ਸਮਾਨ ਲੈ ਕੇ ਆਏ, ਜਿਹਦੇ ਵਿੱਚ ਇੱਕ ਪ੍ਰਸ਼ਾਦੀ ਹਾਥੀ ਵੀ ਸੀ। ਸੰਡਿਕ ਜੱਜਾ ਸੀਗਾ। ਉਹ ਮਹਾਰਾਜ ਦੀ ਬਹੁਤ ਸੇਵਾ ਕਰਦਾ ਸੀ, ਬਹੁਤ ਖਿੱਚ ਦਾ ਕੇਂਦਰ ਸੀ ਸੰਗਤਾਂ ਦੇ ਵਿੱਚ। ਖੈਰ, ਚੰਦਨ ਦੀ ਚੌਂਕੀ, 5 ਕਿਲਾ ਸ਼ਹਾਦਤ, ਜਾਮ ਕਟੋਰਾ, ਹੋਰ ਬਹੁਤ ਸਮਾਨ ਸੀ ਜਿਹੜਾ ਭੀਮ ਚੰਦ ਹਥਿਆਣਾ ਚਾਹੁੰਦਾ ਸੀ। ਇੱਕ ਵਾਰੀ ਲੈ ਲਈਏ, ਮੋੜਾਂਗੇ ਨਹੀਂ, ਸਾਡੇ ਰਾਜ ਵਿੱਚ ਰਹਿੰਦੇ ਆ। ਹੁਣ ਜਦੋਂ ਇਹ ਸਾਰਾ ਸਮਾਨ ਉੱਥੇ ਦਿਖਾਇਆ ਗਿਆ, ਜੋ 1.25 ਲੱਖ ਦਾ ਦਾਜ ਭੇਜਿਆ ਸੀ ਮਹਾਰਾਜ ਨੇ, ਭੀਮ ਚੰਦ ਰਾਜਾ ਜੰਗ ਦੀ ਨੀਅਤ ਨਾਲ ਆਇਆ ਸੀ।
ਉੱਠ ਕੇ ਖੜਾ ਹੋ ਗਿਆ। ਆਪਣੇ ਕੁੜੀ ਨੂੰ ਕਹਿੰਦਾ, ਇਹ ਮੇਰਾ ਦੁਸ਼ਮਣ ਆ, ਤੂੰ ਇਹਨਾਂ ਨੂੰ ਆਪਣੇ ਵਿਆਹ ਤੇ ਸੱਦਿਆ, ਇਹ ਦਹੇਜ ਮੋੜ ਦੇ ਤੇ ਮੇਰੇ ਨਾਲ ਜੰਗ ਨੂੰ ਚੜ੍ਹ, ਮੈਂ ਇਹਨਾਂ ਨੂੰ ਪੌਂਡਾ ਸਾਹਿਬ ਤੋਂ ਉਜਾੜ ਕੇ ਜਾਣਾ। ਫਤਿਹ ਸ਼ਾਹ ਨੇ ਬਹੁਤ ਸਮਝਾਇਆ ਕਿ ਉਹ ਤਾਂ ਇੱਕ ਰੱਬ ਦਾ ਰੂਪ ਆ, ਉਹਨਾਂ ਦੇ ਦਰਸ਼ਨਦਾਰੇ ਨਾਲੇ ਨਿਹਾਲ ਹੋ ਜਾਈਦਾ, ਪਰ ਭੀਮ ਚੰਦ ਮੰਨਿਆ ਨਾ। ਇੱਥੇ ਫਤਿਹ ਸ਼ਾਹ ਡੋਲ ਗਿਆ ਔਰ ਫੌਜ ਲੈ ਕੇ ਨਾਲ ਤੁਰ ਪਿਆ। ਜਦੋਂ ਸਿੰਘਾਂ ਨੇ ਸਾਰਾ ਦੇਖਿਆ ਤੇ ਆਪਣਾ ਸਮਾਨ ਸੰਭਾਲਿਆ ਤੇ ਉੱਥੋਂ ਚਾਲਾ ਮਾਰ ਦਿੱਤਾ। ਮਹਾਰਾਜ ਨੇ ਕਿਹਾ ਸੀ ਵੀ ਚੌਕਸ ਰਹਿਣਾ। ਇਹਨਾਂ ਨੇ ਸਿੰਘਾਂ ਦੇ ਉੱਤੇ ਹਮਲਾ ਕਰਤਾ ਕਿ ਸਮਾਨ ਖੋਹ ਲਿਆ ਜਾਵੇ ਔਰ ਸਿੰਘਾਂ ਨੂੰ ਮਾਰਤਾ ਜਾਵੇ। ਲੜਦੇ ਫਿਰਦੇ ਸਿੰਘ ਪੌਂਡਾ ਸਾਹਿਬ ਮਹਾਰਾਜ ਨੂੰ ਸਾਰੀ ਗੱਲ ਦੱਸੀ ਕਿ ਸਾਡੇ ਪਿੱਛੇ ਫੌਜ ਆ ਰਹੀ ਆ। ਮਹਾਰਾਜ ਕਹਿੰਦੇ ਵੀ ਹੁਣ ਜੰਗ ਹੋਣੀ ਆ, ਤਿਆਰ ਹੋ ਜਾਓ। ਜੰਗ ਦਾ ਨਾਂ ਸੁਣ ਕੇ ਪੀਰ ਬੁੱਧੂ ਸ਼ਾਹ ਦੇ ਸ਼ਬਾਸ਼ ਦੇ ਉੱਤੇ 500 ਪਠਾਨ ਜੋ ਔਰੰਗਜ਼ੇਬ ਨੇ ਕੱਢੇ ਹੋਏ ਸੀ, ਉਹ ਛੱਡ ਕੇ ਦੂਸਰੇ ਪਾਸੇ ਲੱਗ ਗਏ, ਚਲੇ ਗਏ। ਅਦਾਸੀ ਸਾਧੂ ਬਾਬਾ ਕਿਰਪਾਲ ਦਾਸ ਦੇ ਨਾਲ ਜੋ ਲੰਗਰਾਂ 'ਚ ਪ੍ਰਸ਼ਾਦਾ ਛਕਦੇ ਸੀ, ਉਹ ਵੀ ਇਹ ਜੰਗ ਦਾ ਨਾਮ ਸੁਣ ਕੇ ਰਾਤੋਂ ਰਾਤ ਕਿਤੇ ਚਲੇ ਗਏ। ਬਾਬਾ ਕਿਰਪਾਲ ਦਾਸ ਰਹਿ ਗਏ। ਮਹਾਰਾਜ ਨੇ ਇਹ ਜਗ੍ਹਾ ਚੁਣੀ, ਇੱਥੇ ਜੰਗਲ ਬਿਆਬਾਨ ਸੀ ਤੇ ਇੱਥੇ 5 ਕਿੱਲੇ ਵੀ ਗੱਡੇ, ਜਿਹਦੇ ਇੱਕ ਜਾਮਣ ਦੀ ਨਿਸ਼ਾਨੀ ਵਜੋਂ ਅਜੇ ਵੀ ਹੈ, 4 ਐਕਸਪਾਇਰ ਹੋ ਗਏ। ਖੈਰ ਹੁਣ ਉੱਚੀ ਟਿੱਬੀ ਦੇ ਉੱਤੇ ਮਹਾਰਾਜ ਨੇ ਮੋਰਚਾ ਲਾਇਆ। ਇਹਨਾਂ ਨੇ ਪਹਾੜੀ ਫੌਜਾਂ ਨੇ ਇੱਥੋਂ ਨਾਓ ਘਰ ਤੋਂ ਲੰਘਣਾ ਸੀਗਾ ਤੇ ਮਹਾਰਾਜ ਨੇ ਕਿਹਾ ਵੀ ਜੰਗ ਜਿਹੜੀ ਆ ਸ਼ਹਿਰ ਤੋਂ ਪਰੇ ਰੱਖੀ ਜਾਵੇ, ਕਿਉਂ ਸੰਗਤ ਬਹੁਤ ਆਉਣ ਲੱਗ ਪਈ ਸੀ। ਮਹਾਰਾਜ ਨੇ ਕਿਹਾ ਵੀ ਇੱਥੇ ਨੁਕਸਾਨ ਹੋਊਗਾ। 22 ਧਾਰ ਦੇ 22 ਰਾਜਿਆਂ ਦੀ ਕੋਈ 50,000 ਤੋਂ ਉੱਤੇ ਫੌਜ ਸੀ। ਇੱਥੇ ਮਹਾਰਾਜ ਦੇ 5,000 ਤੋਂ ਵੀ ਘੱਟ ਸਿੰਘ ਸੀਗੇ, ਗਿਣਤੀ ਬਹੁਤ ਘੱਟ ਸੀ। ਮਹਾਰਾਜ ਨੇ ਕਿਹਾ ਵੀ ਬੜੀ ਰਣਨੀਤੀ ਨਾਲ ਲੜਨਾ ਪੈਣਾ। ਸੰਗੋ ਸ਼ਾਹ ਬੀਬੀ ਪੀਰੋ ਦਾ ਭੂਆ ਦਾ ਪੁੱਤ, ਮਹਾਰਾਜ ਦੀ ਭੂਆ ਦਾ ਪੁੱਤ, 6ਵੇਂ ਪਾਤਸ਼ਾਹ ਦੀ ਲੜਕੀ ਬੀਬੀ ਪੀਰੋ, ਜਿਹਦੇ 5 ਪੁੱਤ ਮਹਾਰਾਜ ਦੇ ਨਾਲ ਬਹੁਤ ਪਿਆਰ ਕਰਦੇ ਸੀ, ਹਮੇਸ਼ਾ ਨਾਲ ਰਹਿੰਦੇ ਸੀ। ਸੰਗੋ ਸ਼ਾਹ ਜੀਤਮਲ ਬੜੇ ਯੋਧੇ ਸੀ। ਸੰਗੋ ਸ਼ਾਹ ਨੂੰ ਸੈਨਾਪਤੀ ਬਣਾਇਆ। ਇੱਥੇ ਜੰਗ ਸ਼ੁਰੂ ਹੋ ਗਿਆ, ਬਹੁਤ ਘਮਸਾਨ ਦਾ ਜੰਗ ਮਚ ਗਿਆ ਤੇ ਸਿੰਘਾਂ ਨੇ ਪਹਾੜੀ ਫੌਜਾਂ ਦੇ ਆਹੂ ਲਾਣੇ ਸ਼ੁਰੂ ਕਰ ਦਿੱਤੇ, ਕਿਉਂਕਿ ਇੱਥੇ ਮਹਾਰਾਜ ਦੀ ਬਹੁਤ ਵੱਡੀ ਇੱਕ ਤਾਕਤ ਲੜ ਰਹੀ ਸੀ। ਹੁਣ ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਰਖਾਏ ਪਠਾਨ ਗਦਾਰੀ ਕਰ ਗਏ, 700 ਮਰੀਦ ਪੁੱਤ ਭਤੀਜੇ ਲੈ ਕੇ ਸਿੱਧਾ ਜੰਗ ਵਿੱਚ ਆ ਗਿਆ। ਮਹਾਰਾਜ ਉੱਚੀ ਟਿੱਬੀ ਤੋਂ ਦੇਖ ਰਹੇ ਆ, ਸਿੰਘਾਂ ਨੂੰ ਪੁੱਛਦੇ, ਇੱਧਰ ਇੱਕ ਬਹੁਤ ਵੱਡਾ ਰੌਲਾ ਪੈ ਗਿਆ। ਕਹਿੰਦੇ ਜੀ ਪੀਰ ਬੁੱਧੂ ਸ਼ਾਹ ਸਿੱਧਾ ਜੰਗ ਵਿੱਚ ਹੀ ਆ ਗਿਆ। ਉਹ ਕਹਿੰਦਾ ਕਿ ਮਿਲਾਂਗੇ ਹੁਣ ਫੇਰ ਹੀ, ਪਹਿਲਾਂ ਇਹ ਅਹਿਸਾਨ ਜਿਹੜਾ ਆ ਮਹਾਰਾਜ ਦਾ ਇਹ ਲਾਹ ਦੇਈਏ। ਹੁਣ ਇਹਦੇ ਵਿੱਚ ਬਾਬਾ ਕਿਰਪਾਲ ਦਾਸ ਆਪਣਾ ਸੋਟਾ ਲੈ ਕੇ ਆਇਆ ਵੀ ਮੈਂ ਵੀ ਲੜਨਾ। ਮਹਾਰਾਜ ਕਹਿੰਦੇ ਆਪ ਬਿਰਧ ਅਵਸਥਾ, ਕਹਿੰਦਾ ਮੈਨੂੰ ਥਾਪੜਾ ਦਿਓ। ਉਹ ਥਾਪੜਾ ਲੈ ਕੇ ਬਹੁਤ ਜੋਸ਼ ਦੇ ਨਾਲ ਲੜਿਆ। ਇਹਦੇ ਸਾਹਮਣੇ ਹਿਆਤ ਖਾਂ ਪਠਾਨ ਆਇਆ, ਐਸਾ ਉਹਦੇ ਸਿਰ 'ਚ ਮਾਰਿਆ ਕਿ ਉਹਦਾ ਸਿਰ ਫੇਰ ਦਿੱਤਾ ਤੇ ਕਾਫੀ ਇਹਨੂੰ ਜਦੋਂ ਘੇਰਾ ਪਿਆ ਤੇ ਮਹਾਰਾਜ ਨੇ ਇਹਨੂੰ ਜੰਗ ਦੇ ਵਿੱਚੋਂ ਕੱਢ ਲਿਆ। ਹੁਣ ਬੀਬੀ ਪੀਰੋ ਦੇ 5 ਹੀ ਪੁੱਤਰ ਜੂਝ ਰਹੇ ਆ। ਲਾਲ ਚੰਦ ਹਲਵਾਈ, ਲਾਲ ਚੰਦ ਘਾੜੀਆ, ਇਹਨਾਂ ਦਾ ਕੰਮ ਸੀ ਲੰਗਰ ਬਣਾਉਣਾ ਤੇ ਘੋੜਿਆਂ ਨੂੰ ਪੱਠੇ ਪਾਣੇ। ਇਹ ਖੁਰਚਣੇ ਲੈ ਕੇ ਐਸੇ ਜੋਸ਼ ਵਿੱਚ ਆਏ ਕਿ ਪਹਾੜੀ ਫੌਜਾਂ ਦੇ ਟੁੱਟ ਪਏ, ਬਹੁਤ ਨੁਕਸਾਨ ਕਰਕੇ ਆਏ। ਤੇ ਮਹਾਰਾਜ ਕਹਿੰਦੇ ਸੀ ਕਿ ਬਸ ਹੁਣ ਤੁਸੀਂ ਜਾਓ ਪਿੱਛੇ, ਤੁਹਾਡਾ ਆਪਣਾ ਕੰਮ ਉਹ ਕਰੋ, ਇਹ ਸਿੰਘ ਲੜਨਗੇ। 12 ਦਿਨ ਪਹਾੜੀ ਫੌਜਾਂ ਦੇ ਪੈਰ ਚੱਕ ਰੱਖੇ ਸਿੰਘਾਂ ਨੇ ਤੇ ਪਹਾੜੀ ਫੌਜ ਪਿੱਛੇ ਨੂੰ ਹਟਣੀ ਸ਼ੁਰੂ ਹੋ ਗਈ। 13ਵੇਂ ਦਿਨ ਸੰਗੋ ਸ਼ਾਹ ਤੇ ਜੀਤ ਮੱਲ
लड़ते लड़ते शहीद हो गए। जदों महाराज ने देखा भी संगो शाह ते जीत मल दोनों शहीद हो गए, उसी वेले महाराज ने कमान संभाली, उतर के तीर चलाने शुरू कर दिए। ऐसी बरखा तीरां की कीती, करतब विद्या इत्थे चली कि पहाड़ी फौज भजनी शुरू हो गई तो सिंघां ने बहुत तगड़ा हल्ला किया। हरिचंद हडूरिया जिहदे 2-3 जंग जिते हुए सी, लड़े हुए सी, बहुत निशानची सीगा, बड़ा योद्धा कमांदा सी, 36 साल की उम्र सी, वो महाराज के सामने आ गया क्योंकि वह साला महाराज ने मार दिता सी। बड़े गुस्से में तीर चलाने शुरू किए महाराज के उत्ते। 3 बार उन्हें एकदम करते, तीसरा बार महाराज की पेटी बनी हुई सी, थोड़ा अंदर चले गया तो खून निकलिया तो महाराज ने तीर पट के परे मारिया, दोहरा चाल किया, जगह पान लग गया, तबे रूप जागे हो। हरिचंद हडूरिया ने संजोग पहनी हुई सी, कितने माड़ी जी जगह महाराज दिसी तो महाराज ने उत्थे तीर ऐसा मारिया कि दूसरे पासे कढ़ता। हरिचंद राजा उत्थे ही पुट्ठा हो गया, वह भोग पै गया तो पहाड़ी सेना एकदम भजनी शुरू हो गई, मैदान साफ हो गया तो सिंघां ने बड़ी खुशी मनाई तो महाराज ने बधाइयां दित्तियां। महाराज ने दोहरा चारिया, भई जीत मेरी किरपा काल केरी, रणजीत आए जय गीत गाए, वाहिगुरू जी का खालसा वाहिगुरू जी की फतेह। साध संगत जी, ये महाराज का स्थान कलगीधर पातशाह श्री गुरु गोबिंद सिंह जी के आप जी स्थान के दर्शन कर रहे हो। लंगर का प्रबंध बहुत सोहना, लंगर छक के जाना, चाह पी के जानी, लस्सी, और आप जी ने इत्थे बाबा दरबार सिंह सेवा करा रहे हैं, कार सेवा वाले। किसी ने माई भाई ने चलती सेवा में हिस्सा पाना हो, रसीद प्राप्त करो जी। वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪ ਸਾਰੀ ਸੰਗਤਾਂ ਬੈਠੀਆਂ ਹਨ, ਇਸ ਪਾਵਨ ਪਵਿੱਤਰ ਅਸਥਾਨ ਦਾ ਨਾਂ ਗੁਰਦੁਆਰਾ ਤੀਰਗੜ੍ਹੀ ਸਾਹਿਬ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ 14 ਲੜਾਈਆਂ ਲੜੀਆਂ ਸਨ ਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਇਹ ਪਹਿਲਾ ਯੁੱਧ ਜਿਹੜਾ ਧਰਮ ਯੁੱਧ ਹੋਇਆ ਸੀ, ਪੰਗਾਣੀ ਦਾ ਯੁੱਧ ਹੋਇਆ ਸੀ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਕਰੀਬਨ ਇਹ ਯੁੱਧ 13 ਦਿਨ ਚੱਲਿਆ ਸੀ। 13ਵੇਂ ਦਿਨ ਮਹਾਰਾਜ ਨੇ ਰਾਜੇ ਹਰੀਚੰਦ ਨੂੰ ਵੰਗਾਰ ਪਾਈ ਕਿ ਭਾਈ ਅਸੀਂ ਪਹਿਲਾਂ ਵਾਰ ਨਹੀਂ ਕਰਦੇ, ਪਹਿਲਾਂ ਤੁਸੀਂ ਵਾਰ ਕਰੋ, ਜਿੰਨੀ ਕੁ ਤੁਹਾਡੇ ਕੋਲ ਸ਼ਸਤਰ ਵਿੱਦਿਆ ਹੈ ਤੁਸੀਂ ਲਾ ਲਓ ਤੇ ਪਹਿਲਾਂ ਤੁਸੀਂ ਵਾਰ ਕਰੋ। ਤੇ ਰਾਜੇ ਹਰੀਚੰਦ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ 3 ਵਾਰ ਕੀਤੇ। ਪਹਿਲਾ ਵਾਰ ਮਹਾਰਾਜ ਦੇ ਕੰਨ ਦੀ ਕੋਲ ਦੀ ਲੰਘਿਆ, ਦੂਜਾ ਵਾਰ ਘੋੜੇ ਦੀ ਕਾਠੀ ਨੂੰ ਲੱਗਿਆ ਤੇ ਤੀਜਾ ਵਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਮਰ ਕੱਸੇ ਨੂੰ ਲੱਗਿਆ। ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਤੇ ਫਿਰ ਇੱਕੋ ਤੀਰ ਚਲਾ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜੇ ਹਰੀਚੰਦ ਨੂੰ ਮੌਤ ਦੇ ਘਾਟ ਉਤਾਰ ਕੇ ਇਹ ਯੁੱਧ ਫਤਿਹ ਕੀਤਾ ਸੀ। ਇਸ ਕਰਕੇ ਇਸ ਪਾਵਨ ਪਵਿੱਤਰ ਸਥਾਨ ਦਾ ਨਾਂ ਗੁਰਦੁਆਰਾ ਤੀਰਗੜ੍ਹੀ ਸਾਹਿਬ ਪੈ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਹ ਦਾ ਪੀ ਲਈਏ।
ਪਾਵਨ ਪਵਿੱਤਰ ਚਰਨਾਂ ਦੀ ਸੋਹ ਪ੍ਰਾਪਤ ਹੋਏ ਗੁਰਧਾਮਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਸਫਲੇ ਕਰ ਰਹੇ ਹੋ। ਸਾਧ ਸੰਗਤ ਜੀ, ਜਿਸ ਪਾਵਨ ਪਵਿੱਤਰ ਗੁਰਧਾਮ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹਦਾ ਨਾਮ ਗੁਰਦੁਆਰਾ ਸ਼ੇਰਗਾਹ ਸਾਹਿਬ ਹੈ। ਇੱਥੋਂ ਦਾ ਸੰਬੰਧਿਤ ਇਤਿਹਾਸ ਇਸ ਤਰ੍ਹਾਂ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਉਂਟਾ ਸਾਹਿਬ ਬਿਰਾਜਮਾਨ ਸਨ, ਉਸ ਦੌਰਾਨ ਦੇ ਵਿੱਚ ਇਸ ਸ਼ੇਰ ਨੇ ਇੱਥੇ ਬਹੁਤੀ ਅੱਤ ਚੱਕੀ ਹੋਈ ਸੀ, ਸੰਗਤਾਂ ਉੱਪਰ ਜ਼ੁਲਮ ਕਰ ਰਿਹਾ ਸੀ। ਇਹਦੇ ਜ਼ੁਲਮ ਤੋਂ ਤੰਗ ਆ ਕੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸਾਹਿਬ ਸਾਰਿਆਂ ਨੇ ਜਾ ਕੇ ਪੁਕਾਰ ਕੀਤੀ, ਸੱਚੇ ਪਾਤਸ਼ਾਹ ਜੀ, ਸਾਡੇ ਇਸ ਨਾਲ ਲੱਗਦੇ ਜੰਗਲ ਦੇ ਵਿੱਚ ਇੱਕ ਬਹੁਤ ਭਾਰੀ ਖਤਰਨਾਕ ਚਿੱਟੇ ਰੰਗ ਦਾ ਕਿਹੜੀ ਸ਼ੇਰ ਰਹਿੰਦਾ, ਸਾਡੇ ਉੱਤੇ ਜ਼ੁਲਮ ਕਰ ਰਿਹਾ ਹੈ। ਕਿਰਪਾ ਕਰਕੇ ਇਹਦੇ ਜ਼ੁਲਮ ਤੋਂ ਸਾਨੂੰ ਗਰੀਬ ਲੋਕਾਂ ਨੂੰ ਬਚਾਓ। ਸੰਗਤਾਂ ਦੀ ਪੁਕਾਰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਤੋਂ ਤਿਆਰ ਹੋ ਕੇ ਚਾਲੇ ਪਾ ਕੇ ਪ੍ਰਸਾਦੀ ਹਾਥੀ ਤੇ ਸਵਾਰ ਹੋ ਕੇ ਸਭ ਤੋਂ ਪਹਿਲਾਂ ਪਿੱਛੇ ਬਿਹੇੜੇ ਦੇ ਰੁੱਖ ਦੇ ਥੱਲੇ ਖੜੇ ਹੋ ਕੇ ਇਹਦੇ ਮਾਰਨ ਦੀ ਬਿਉਂਤਬੰਦੀ ਬਣਾਈ। ਇਹ ਸੁੱਤਾ ਸੀ ਇੱਥੇ ਜਿੱਥੇ ਤੁਸੀਂ ਗੁਰੂ ਕੀ ਗੋਲਕ ਵਿੱਚ ਮਾਇਆ ਪਾ ਕੇ ਨਮਸਕਾਰ ਕੀਤੀ ਆ, ਇੱਥੇ ਸੀ ਝਾੜ ਬੇਲਾਂ ਨਾਲ ਢਕਿਆ ਹੋਇਆ। ਜਿਹੜਾ ਭੋਰਾ ਸਾਹਿਬ ਆ, ਇਹ ਇੱਥੇ ਇੰਨੀ ਡੂੰਘੀ ਛੱਪੜੀ ਸੀ ਪਾਣੀ ਦੀ, ਛੱਪੜੀ ਦੇ ਕੰਢੇ ਦੇ ਉੱਤੇ ਇੱਕ ਬੜਾ ਭਾਰੀ ਪੱਥਰ ਪਿਆ ਸੀ। ਉਸ ਪੱਥਰ ਨੂੰ ਥੱਲੇ ਦੱਬ ਦਿੱਤਾ, ਉਹਦੇ ਉੱਪਰ ਮੰਜੀ ਸਾਹਿਬ ਬਣਾ ਦਿੱਤੀ। ਉਸ ਪੱਥਰ ਦੇ ਉੱਤੇ ਖੜੇ ਹੋ ਕੇ ਗੁਰੂ ਸਾਹਿਬ ਜੀ ਨੇ ਇਹਨੂੰ ਲਲਕਾਰਿਆ, ਵੰਗਾਰਿਆ, ਪਰ ਇਹ ਨਾ ਉੱਠਿਆ। ਜਦੋਂ ਨਾ ਉੱਠਿਆ, ਇਹਨੂੰ ਤਾਨਾ ਮਾਰ ਕੇ ਗੁਰੂ ਸਾਹਿਬ ਜੀ ਨੇ ਕਿਹਾ, ਓਏ ਗਿੱਦੀ ਸਿਆਰ, ਤੂੰ ਸ਼ੇਰ ਹੋ ਕੇ ਫਿਰ ਕਿਹੜੀ ਸ਼ੇਰ ਹੋ ਕੇ ਇੱਥੇ ਲੰਮਾ ਪਿਆ ਝਾੜ ਦੇ ਵਿੱਚ ਗਿੱਦੜ ਵਾਂਗ ਪੂੰਛ ਮਾਰ ਰਿਹਾ। ਅਸੀਂ ਵੀ ਸੂਰਮੇ ਆ, ਅਸੀਂ ਕਿਸੇ ਦੇ ਉੱਤੇ ਪਹਿਲਾਂ ਵਾਰ ਨਹੀਂ ਕਰਦੇ। ਜੇ ਤੂੰ ਹੁਣ ਪਹਿਲਾਂ ਵਾਰ ਨਾ ਕੀਤਾ, ਅਸੀਂ ਤੇਰੇ ਤੇ ਵਾਰ ਕਰਨਾ ਨਹੀਂ। ਦੁਆਪਰ ਯੁੱਗ ਤੋਂ ਲੈ ਕੇ ਤਾਂ ਹੁਣ ਤੋਂ ਭਟਕਦਾ ਫਿਰਦਾ ਆ ਰਿਹਾ। ਜੇ ਹੁਣ ਉੱਕ ਗਿਆ ਤਾਂ ਪਤਾ ਨਹੀਂ ਕਿੰਨਾ ਚਿਰ ਫੇਰ ਤੈਨੂੰ ਭਟਕਣਾ ਪਊ। ਇਸ ਕਰਕੇ ਉੱਠ ਕੇ ਵਾਰ ਕਰ। ਇਹਨੇ ਗੁੱਸੇ ਦੇ ਵਿੱਚ ਅੱਖਾਂ ਲਾਲ ਕੀਤੀਆਂ, ਉੱਠ ਕੇ ਸਰੀਰ ਝਣਕਿਆ, ਅਗਾੜੀ ਲਈ, ਆਪਣੀ ਦੁੰਬ ਫਲਾਈ। ਇਹਦੇ ਰੋਮ ਇਸ ਤਰ੍ਹਾਂ ਖੜੇ ਹੋ ਗਏ ਜਿਵੇਂ ਸੇਹ ਦੇ ਤੱਕਲੇ ਹੁੰਦੇ ਨੇ। ਇਹਨੇ ਧਰਤੀ ਵਿੱਚ ਨੂੰ ਮੂੰਹ ਕਰਕੇ ਇੰਨੀ ਜ਼ੋਰ ਦੀ ਗਰਜਿਆ, ਧਰਤੀ ਕੰਬ ਗਈ, ਅਸਮਾਨ ਡੋਲ ਗਿਆ। ਇਹਨੇ ਝਾੜ ਚੋਂ ਇੱਧਰ ਨੂੰ ਨਿਕਲ ਕੇ ਝਾੜ ਦੇ ਉੱਪਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਪਰ ਝਪਟਿਆ। ਰਾਜਿਆਂ ਨੇ ਵੀ ਸਾਰਿਆਂ ਨੇ ਕਿਹਾ, ਸੱਚੇ ਪਾਤਸ਼ਾਹ ਇਹਦੇ ਨੇੜੇ ਨਾ ਜਾਓ, ਇਹਨੂੰ ਰਾਮ ਜੰਗਿਆ ਰੈਫਲਾਂ ਨਾਲ ਮਾਰ ਦਿੰਨੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਤੁਸੀਂ ਇਹ ਦੱਸੋ, ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਸੂਰਮਾ ਹੈ ਜਿਹੜਾ ਇਸ ਕਿਹੜੀ ਸ਼ੇਰ ਦਾ ਮੁਕਾਬਲਾ ਕਰੇ? ਰਾਜਿਆਂ ਨੇ ਹੱਥ ਖੜੇ ਕਰ ਦਿੱਤੇ। ਨਹੀਂ ਸੱਚੇ ਪਾਤਸ਼ਾਹ ਜੀ, ਅਸੀਂ ਰੈਫਲਾਂ ਨਾਲ ਦੂਰੋਂ ਤਾਂ ਮਾਰ ਸਕਦੇ ਹਾਂ, ਪਰ ਨੇੜੇ ਇਹਦੇ ਕੋਈ ਨਹੀਂ ਜਾ ਸਕਦਾ। ਇਹ ਤਾਂ ਸਮਰੱਥਾ ਤੁਹਾਡੇ ਵਿੱਚ ਹੀ ਹੈ। ਗੁਰੂ ਸਾਹਿਬ ਜੀ ਕਹਿੰਦੇ, ਚੰਗਾ ਫਿਰ ਪਿੱਛੇ ਹਟ ਜਾਓ।
ਤੁਸੀਂ ਦੇਖੋ ਤਮਾਸ਼ਾ। ਇਹ ਜਦੋਂ ਗੁਰੂ ਸਾਹਿਬ ਜੀ ਉੱਪਰ ਝਪਟਿਆ, ਗੁਰੂ ਸਾਹਿਬ ਜੀ ਨੇ ਵੀ ਬੜੀ ਸਾਵਧਾਨੀ ਨਾਲ ਵੀਰ ਆਸਣ ਹੋ ਕੇ ਇਹਦੇ ਅਗਲੇ ਪੰਜੇ ਆਪਣੀ ਢਾਲ ਦੇ ਉੱਤੇ ਰੋਕੇ। ਇਤਿਹਾਸ ਵਿੱਚ ਲਿਖਿਆ ਇਹ 13 ਮਣ ਪੱਕੇ ਦਾ ਤਾਂ ਵਜਨ ਸੀ ਇਹਦਾ, 13 ਹੱਥ ਲੰਮਾ ਸੀ। ਗੁਰੂ ਸਾਹਿਬ ਜੀ ਦੀ ਉਮਰ 17-18 ਸਾਲ ਦੀ ਸੀ। ਤੁਸੀਂ ਦੇਖ ਲਓ ਕਿੰਨਾ ਵਜਨ ਗੁਰੂ ਸਾਹਿਬ ਜੀ ਨੇ ਆਪਣੀਆਂ ਬਾਹਾਂ ਦੇ ਉੱਤੇ ਰੋਕ ਕੇ ਆਪਣੀ ਕਿਰਪਾਨ ਦੇ ਨਾਲ ਇਹਦੇ 2 ਟੁਕੜੇ ਕਰ ਦਿੱਤੇ। ਉਹਨਾਂ ਟੁਕੜਿਆਂ ਦੇ ਵਿੱਚੋਂ ਹੱਥ ਜੋੜ ਕੇ ਖੜ ਗਿਆ ਫੇਰ ਬਾਹਰ। ਗੁਰੂ ਸਾਹਿਬ ਜੀ ਕਹਿੰਦੇ ਦੱਸ ਬਈ ਤੂੰ ਕੌਣ ਆ? ਇਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਤੋਂ ਤਾਂ ਕੋਈ ਲੁਕਿਆ ਛਿਪਿਆ ਨਹੀਂ, ਪਰ ਮੈਂ ਰਾਜਾ ਜੈਦਰਥ ਹਾਂ, ਦੁਰਯੋਧਨ ਦਾ ਜੀਜਾ। ਅਭਿਮਨੂ ਨੂੰ ਧੋਖੇ ਨਾਲ ਮਾਰਨ ਕਰਕੇ ਕ੍ਰਿਸ਼ਨ ਮਹਾਰਾਜ ਦਾ ਸਰਾਪਿਆ ਹੋਇਆ ਮੈਂ ਇਹਨਾਂ ਟੇਡੀਆਂ ਮੇਡੀਆਂ ਜੂਨਾਂ 'ਚ ਭਟਕਦਾ ਫਿਰਦਾ ਰਿਹਾ। ਅੱਜ ਤੁਸੀਂ ਮੇਰੇ ਤੇ ਤਰਸ ਕਰਕੇ ਮੈਨੂੰ ਮੁਕਤ ਕਰ ਦਿੱਤਾ। ਹੁਣ ਮੈਨੂੰ ਸੱਚਖੰਡ ਜਾਣ ਲਈ ਆਗਿਆ ਦੇਵੋ। ਇਹ ਇੱਥੋਂ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਸੱਚਖੰਡ ਚਲਾ ਗਿਆ। ਇਹਦੇ ਨਾਲ ਹੁਣ ਉਹ ਸਾਹਮਣੇ 200 ਬੈੱਡ ਦਾ ਹਸਪਤਾਲ ਬਣ ਰਿਹਾ। ਬਾਬਾ ਆਤਮਾ ਸਿੰਘ ਜੀ ਜਰਨਲ ਮੈਮੋਰੀਅਲ ਹਸਪਤਾਲ। ਜਿਹੜੇ ਬਾਬਾ ਜੀ ਸੀ ਉਹ ਬਾਬਾ ਜੀ ਮਹਾਰਾਜਾ ਭੁਪਿੰਦਰ ਸਿੰਘ ਦੀ ਆਰਮੀ ਵਿੱਚ ਭਰਤੀ ਸਨ। ਰਾਜਾ ਬਾਬਾ ਜੀ ਨੂੰ ਆਪਣੇ ਨਾਲ ਰੱਖਦਾ ਸੀ ਕਾਰ ਚਲਾਉਣ ਵਾਸਤੇ। ਰਾਜਾ ਬਾਬਾ ਬੀਰਮਦਾਸ ਦੇ ਦਰਸ਼ਨ ਕਰਨ ਆਉਂਦਾ ਹੁੰਦਾ ਸੀ। ਤੁਹਾਡੇ ਕੋਲੇ ਆ ਖਰੋੜੇ ਦੇ ਅੱਡੇ ਦੇ ਕੋਲੇ ਬਧੌਸੀ ਕਲਾਂ, ਪਟਿਆਲੇ ਤੋਂ ਸਰਹੰਦ ਰੋਡ ਦੇ ਉੱਤੇ। ਰਾਜਾ ਤਾਂ ਬੈਠ ਗਿਆ। ਬਾਬਾ ਜੀ ਕਹਿੰਦੇ ਮੈਂ ਖੜਾ ਸੀ, ਮੇਰੇ ਧੱਫਾ ਮਾਰ ਕੇ ਕਹਿੰਦੇ ਕੀ ਕਰਦਾ? ਬਾਬਾ ਜੀ ਕਹਿੰਦੇ ਮੈਂ ਕਿਹਾ ਰਾਜੇ ਦੀ ਆਰਮੀ ਵਿੱਚ ਆ, ਰਾਜਾ ਮੈਨੂੰ ਆਪਣੇ ਨਾਲ ਰੱਖਦਾ ਕਾਰ ਚਲਾਉਣ ਵਾਸਤੇ। ਕਹਿੰਦੇ ਨਾ ਤਾਂ ਉਹਦੀ ਆਰਮੀ ਵਿੱਚ ਜਾਣਾ ਰਾਜੇ ਦੀ, ਨਾ ਰਾਜੇ ਦੀ ਕਾਰ ਚਲਾਉਣੀ ਆ। ਜੇ ਕਾਰ ਚਲਾਉਣੀ ਆ ਤਾਂ ਸੱਚੇ ਵਾਹਿਗੁਰੂ ਦੀ ਕਾਰ ਸੇਵਾ ਕਰ। ਕਹਿੰਦੇ ਮੈਨੂੰ ਇੰਨੀ ਜ਼ੋਰ ਦੀ ਧੱਫਾ ਮਾਰਿਆ, ਮੇਰੀਆਂ ਅੱਖਾਂ ਮਿਚ ਗਈਆਂ। ਜਦੋਂ ਅੱਖਾਂ ਖੋਲੀਆਂ ਤਾਂ ਕੁੱਲੂ ਦੇ ਪਹਾੜਾਂ ਵਿੱਚ ਖੜੇ ਸੀ। ਉਹਨਾਂ ਮਹਾਂਪੁਰਖਾਂ ਦੀ ਯਾਦਗਾਰ ਇਹ ਹਸਪਤਾਲ ਬਣ ਰਿਹਾ। ਹਸਪਤਾਲ ਬਹੁਤ ਚੜ੍ਹਦੀ ਕਲਾ ਨਾਲ ਬਣੂਗਾ। ਉਹਨਾਂ ਭਾਵੇਂ ਚੰਦਰਮਾ ਨਾਸ ਹੋ ਜਾਵੇ, ਮਹਾਂਪੁਰਖਾਂ ਦੇ ਬਚਨ ਨਹੀਂ ਟਲਦੇ ਤੇ ਉਹਨਾਂ ਦੇ ਬਚਨਾਂ ਦਾ ਸਦਕਾ ਇਹ ਸਾਰੀ ਇੱਥੇ ਸੇਵਾ ਚੱਲ ਰਹੀ ਆ। ਕਿਸੇ ਮਾਈ ਭਾਈ ਨੇ ਏਸੀਆਂ ਦੀ ਸੇਵਾ ਕਰਾਉਣੀ ਹੋਵੇ, ਇੱਥੇ ਏਸੀਆਂ ਦੀ ਲੋੜ ਆ। ਕਿਸੇ ਮਾਈ ਭਾਈ ਨੇ ਵਾਟਰ ਕੂਲਰ ਠੰਡੇ ਪਾਣੀ ਵਾਸਤੇ ਸੇਵਾ ਚਾਹੀਦੀ ਆ, ਇੱਥੇ ਐਡਰੈਸ ਲਿਖਾ ਜਾਓ। ਕੋਈ ਹਸਪਤਾਲ ਲਈ ਸੇਵਾ ਕਰਨੀ ਚਾਹਵੇ ਲਿਖਾ ਜਾਓ। ਬਾਕੀ ਤੁਹਾਡੀ ਯਾਤਰਾ ਸੱਚੇ ਪਾਤਸ਼ਾਹ ਜੀ ਸਫਲ ਕਰਨ, ਤੁਹਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨ, ਤੁਹਾਡੇ ਖਜ਼ਾਨਿਆਂ ਵਿੱਚ ਬਹੁਤੀਆਂ ਬਰਕਤਾਂ ਪਾਉਣ ਸੱਚੇ ਪਾਤਸ਼ਾਹ ਜੀ। ਇੱਕ ਟੂਕ ਵਜੋਂ ਤੁਹਾਨੂੰ ਦੱਸ ਦਿਆ, ਅਸੀਂ ਮਿੱਠਾਸਰ ਅਨੰਦਪੁਰ ਸਾਹਿਬ ਦੇ ਕੋਲੇ ਸੇਵਾ ਕਰਾ ਰਹੇ ਸੀ। ਆ ਰੰਗ ਰੋਗਨ ਹੋ ਰਿਹਾ ਸੀ। ਇੱਕ ਬਡਲ ਪਿੰਡ ਦਾ ਕਰਨਲ ਆਇਆ, ਉਹ ਕਹਿਣ ਲੱਗਿਆ ਬਾਬਾ ਜੀ ਮੈਨੂੰ ਵੀ ਕੋਈ ਸੇਵਾ ਦੱਸੋ। ਮੈਂ ਕਿਹਾ ਮਜ਼ਦੂਰਾਂ ਤੋਂ ਪੁੱਛ ਲਓ। ਉਹਨੇ ਮਜ਼ਦੂਰਾਂ ਨੂੰ ਪੁੱਛਿਆ, ਕਹਿੰਦੇ 10,000 ਬਣਦਾ ਸਾਡਾ। ਉਹਨੇ ਜੇਬ ਚੋਂ ਗੱਥੀ ਕੱਢੀ, ਮਜ਼ਦੂਰਾਂ ਨੂੰ ਜਾ ਕੇ ਦੇ ਕੇ ਚਲਾ ਗਿਆ। ਘਰ ਜਾ ਕੇ ਟਰੰਕ ਖੋਲ੍ਹਿਆ, 11 ਗੱਥੀਆਂ ਪਈਆਂ ਸੀ। ਉਹ 11 ਗੱਥੀਆਂ ਫਿਰ ਮੁੜ ਕੇ ਲੈ ਕੇ ਆਇਆ। ਕਹਿੰਦਾ ਤੁਸੀਂ ਕਹਿੰਦੇ ਸੀ ਉਸ ਤੇ ਚੌਗਣ ਕਰੇ ਨਿਹਾਲ। ਮੈਂ ਕਿਹਾ ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਆ ਜੀ। ਸੋ ਗੁਰੂ ਮਹਾਰਾਜ ਦੀ ਬਾਣੀ ਕਿਸੇ ਦਾ ਹੱਕ ਨਹੀਂ ਰੱਖਦੀ। ਜਿੰਨੀ ਵੀ ਵੱਧ ਤੋਂ ਵੱਧ ਸੇਵਾ ਪਾ ਸਕਦੇ ਸੇਵਾ ਪਾ ਲਓ।
ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਘਰੋਂ ਮਿਲੇ ਸੀ ਸੱਚਾ ਸੌਦਾ ਕਰਨ ਲਈ। ਉਹ 20 ਰੁਪਇਆਂ ਦਾ ਵਿਆਜ ਹੀ ਹੁਣ ਚੱਲ ਰਿਹਾ ਸਾਰਾ, ਤੇ ਉਹ 20 ਰੁਪਏ ਜਮ੍ਹਾਂ ਨੇ। ਇਸ ਕਰਕੇ ਆਪਾਂ ਘਰੋਂ ਲੈ ਕੇ ਚੱਲਦੇ ਹਾਂ, ਸਾਰੇ ਖਾਲੀ ਕੋਈ ਨਹੀਂ ਚੱਲਦਾ। ਸੇਵਾ ਵਿੱਚ ਪਾਇਆ ਕਰੋ, ਸੌਦਿਆਂ 'ਤੇ ਜ਼ੋਰ ਨਾ ਦਿਆ ਕਰੋ। ਜਿਹੜੇ ਸੌਦੇ ਖਰੀਦਣੇ ਆ ਫਿਰ ਯਾਤਰਾ ਨਹੀਂ ਲੱਗਦੀ। ਸੋ ਸਾਰਿਆਂ ਨੂੰ ਬੇਨਤੀ ਆ, ਨਾਲੇ ਨਾਮ ਜਪੀ ਜਾਓ, ਨਾਲੇ ਇੱਧਰ ਸੇਵਾ ਪਾ ਲਓ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਬੰਦੇ ਆ ਰਹੇ ਸਾਰੇ ਜਮਾ ਕਰਾ ਲਈ ਗਏ, ਜਮਾ ਹੈ ਉਹਦੇ ਕਰਾ ਕੇ तुम्हें छाड़ कोई न जाऊं जोर जाऊं ते मामूर होए हमारे ऐसा और हो अब न जाऊं तुम्हें छाड़ कोई अब न जाऊं तुम्हें छाड़ कोई अब न अब जो बनना सुनने भूल होए हमारे भूल होए हमारे भजन की रंग भजन की रंग भूलन होए हमारे भूलन होए हमरी बेदन जानता हमरी बेदन अच्छा मैं देखिया ही मैं भी तक करेगा वो बन रही है हूँ